साडी वालदा दे नानके ईचो गेल आ बार्डर दे ईचो गेल बिल्कुल बार्डर से आ क्योंकि मैं देखिया वो जी इंडिया की बार्डर बनवाए तार नहीं कड्डिया वाली वो कड्डिया वाली तार पर क्या मैं दिल की गल दसां जो उत्थे जाने आ ना तो उधर दा आसमान भी सानूं बहुत प्यारा लगता खुदा दी कसम हुण भी हाल वेखो ना भी हुण 72-73 साल हो गया आया नहीं अपने घर परदेसियां वांगू परतन दा एहसास क्यों है मैं 47 मगरों जम्मिया मेरे पिंडे लाश क्यों है गोली चलती सी वो गोली चलती चलती साडी वालदा दे नाल ऐसे आड़ के लगी ऐसे गोली बज गई इथों लग के तो इधर निकल गई ओहो उसी देखिया ना वो फिर जैसे दिल डुब गया तो फिर 1100 नंबरदार जरा सी वो जैसे वालदा नूं ने देखिया तो ਉਹਦਾ ਸਾਰਿਆਂ ਵੱਲ ਧਿਆਨ ਕਰਕੇ ਥੋੜਾ ਗਾਲਾਂ ਕੱਢੀਆਂ ਵੀ ਇਹਨਾਂ ਦੇ ਘਰੋਂ ਤੁਸੀਂ ਦੁੱਧ ਪੀਂਦੇ ਹੁੰਦੇ ਸੋ ਤੇ ਇਹ ਕੀ ਮੈਂ ਦੇਖ ਰਿਹਾ ਉਹ ਸਾਰਿਆਂ ਕਿਹਾ ਵੀ ਸਾਨੂੰ ਪਤਾ ਹੀ ਨਹੀਂ ਲਾਲ ਵੀ ਬਾਹਰ ਵਜੇ ਸਾਇਓ ਨਾ ਵੱਜ ਗਈ ਵਾਲਦਾ ਦੱਸਦੇ ਉਸ ਵਕਤ ਉਹਨੇ ਆਪਣੀ ਪੱਗ ਲਾਈ ਪੱਗ ਪਾੜੀ ਅੱਧੀ ਪੱਗ ਜਿਹੜੀ ਸੀ ਉਹ ਮੇਰੇ ਇੱਥੇ ਬੱਧੀ ਮੱਝਾਂ ਮੰਗਵਾਇਆ ਮੱਝਾਂ ਮੰਗਵਾ ਗੁਰਦੁਆਰੇ ਲੈ ਗਿਆ ਉੱਥੇ ਨਾਲ ਹੀ ਮਜੀਠਾ ਸੀ ਸਰਕਾਰੀ ਹਸਪਤਾਲ ਸੀ ਹਜ਼ਾਰਾ ਸਿੰਘ ਦੇ ਸਿੱਖਾਂ ਨੂੰ ਚਕਾਇਆ ਮੱਝਾਂ ਤੇ ਉੱਥੇ ਮਜੀਠੇ ਜਿਹੜਾ ਸੀ ਹਸਪਤਾਲ 'ਚ ਦਾਖਲ ਕਰਾਇਆ ਵਾਲਦਾ ਇਹ ਸਾਡਾ ਪਿੰਡ ਸੋਹੀਆਂ ਜਿਹੜਾ ਹੈ ਸੋਹੀਆਂ ਕਲਾਂ ਸੀ ਫਿਰ ਸਾਡੇ ਲਾਗੇ ਚੇਤਨਪੁਰਾ ਸੀ ਉਹ ਵੀ ਸਿੱਖਾਂ ਦਾ ਪਿੰਡ ਸੀ ਪਠਾਨ ਡੰਗਲ ਸੀ ਉਹ ਵੀ ਸਿੱਖਾਂ ਦਾ ਪਿੰਡ ਸੀ ਜਗਦੇਆ ਸੀ ਉਹ ਵੀ ਸਿੱਖਾਂ ਦਾ ਪਿੰਡ ਸੀ ਅੱਗੇ ਦਬੁਰਜੀ ਸੀ ਉਹ ਮੁਸਲਮਾਨਾਂ ਦਾ ਸੀ ਅੱਗੇ ਲੋਹਾਰਕਾ ਸੀ ਉਹ ਵੀ ਮੁਸਲਮਾਨਾਂ ਦਾ ਸੀ ਵਾਰਿਸ ਦੇ ਜੰਡਿਆ ਸਾਰਿਆਂ ਸੋਹੀਆਂ ਕਲਾਂ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਸਲਾਮ ਸਾਰੇ ਸੂਈ ਕਲਾਂ ਵਾਲਿਆਂ ਨੂੰ ਤੁਹਾਡਾ ਸਲਾਮ ਪਹੁੰਚਾ ਦਿਓ ਸਲਾਮ ਪਹੁੰਚਾਉਣਾ ਤੇ ਕਹਿੰਦਾ ਵੀ ਆਪਣਾ ਸਲੂਕ ਇਤਫਾਕ ਮੁਹੱਬਤ ਨਾਲ ਇਸ ਪਿੰਡ ਦੀ ਜਿਹੜੀ ਪਿਛਲੀ ਰਵਾਇਤ ਸੀ ਕਦੀਮ ਸਿੱਖਾਂ ਤੇ ਮੁਸਲਮਾਨਾਂ ਦੇ ਤੇ ਅੱਲਾਹ ਤਾਲਾ ਕਿਤੇ ਐਸੀ ਸੂਰਤ ਬਣਾਏ ਕਿ ਮੁੜ ਕੇ ਉਸੇ ਤਰ੍ਹਾਂ ਹੀ ਹੋ ਜਾਏ क्या बात है यार ਜਿਹੜੀ ਤੇਰੀ ਗਾਜ ਹੈ ਨਾ ਮਰਨ ਤੋਂ ਪਹਿਲੇ ਉਹ ਇਹ ਸੀ ਵੀ ਸੋਈਆਂ ਇੱਕ ਵਾਰੀ ਲੈ ਵੇਖ ਹਾਂ क्या बात हाय पौनी सदी गवाचण मगरों ਰਾਵੀ ਪਾਰ ਲਿਵਾਸ ਕਿਉਂ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਕਿ ਕੋਸ਼ਿਸ਼ ਕਰੀਦੀ ਹੈ ਕਿ ਜਿਹੜਾ ਸਾਡਾ ਪੁਰਾਣਾ ਪੰਜਾਬ ਸੀ, ਜਿਹੜੇ ਸਾਡੇ ਪੰਜਾਬ ਦਾ ਵਸੇਬ ਸੀ, ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰੀਦੀ ਹੈ। ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਅਣਵੰਡਿਆ ਪੰਜਾਬ ਵੇਖਿਆ, ਇਹੀ ਲੋਕ ਨੇ ਜਿਨ੍ਹਾਂ ਨੇ ਉਸ ਵੇਲੇ ਨਾ ਸਿਰਫ ਅਣਵੰਡਿਆ ਪੰਜਾਬ ਵੇਖਿਆ ਬਲਕਿ ਪੰਜਾਬ ਦੇ ਦੋ ਟੋਟੇ ਹੁੰਦੇ ਵੀ ਵੇਖੇ। ਔਰ ਅੱਜ ਤੱਕ ਦਾ ਜੋ ਮਾਹੌਲ ਹੈ ਉਹ ਵੀ ਇਹਨਾਂ ਦੇ ਸਾਹਮਣੇ ਹੈ। ਸੋ ਕੋਸ਼ਿਸ਼ ਇਹੀ ਹੈ ਕਿ ਇਹਨਾਂ ਲੋਕਾਂ ਕੋਲ ਪੁੱਛੀਦਾ ਹੈ ਕਿ ਉਸ ਵੇਲੇ ਸਾਡਾ ਵਸੇਬ ਕਿਸ ਤਰ੍ਹਾਂ ਦਾ ਸੀ, ਲੋਕਾਂ ਦੇ ਆਪਸ ਦੇ ਵਿੱਚ ਮੇਲ ਚਾਲ ਕਿਸ ਤਰ੍ਹਾਂ ਦਾ ਸੀ, ਫਿਰ ਵੰਡ ਕਿਸ ਤਰ੍ਹਾਂ ਦਾ ਹੋਈ, ਕਿਆ ਪੰਜਾਬ ਦੇ ਲੋਕਾਂ ਨੇ ਖੁਦ ਹੀ ਇਹ ਲਕੀਰ ਆਪਸ ਦੇ ਵਿੱਚ ਮਾਰੀ ਜਾਂ ਫਿਰ ਇਹ ਮੁਸੱਲਤ ਕੀਤੀ ਗਈ। ਸੋ ਇਹ ਸਾਰਾ ਕੁਛ ਇਹਨਾਂ ਕੋਲ ਜਾਣਾਂਗੇ। ਬਜ਼ੁਰਗੋ ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਹਾਂ, ਤਬੀਅਤ ਸੇ ਤੁਹਾਡੀ ਠੀਕ ਹੈ? ਠੀਕ ਠਾਕ। ਨਾਂ ਕੀ ਤੁਹਾਡਾ? ਗੁਲਾਮ ਰਸੂਲ ਗਿੱਲ। ਗੁਲਾਮ ਰਸੂਲ ਤੇ ਗਿੱਲ ਹੁੰਦੇ ਹੋ? ਗਿੱਲ ਸਾਡੀ ਉਹ ਸੋਹੀਆਂ ਦੇ ਸਾਰੇ ਮੁਸਲਮਾਨ ਜਿਹੜੇ ਉਹਨਾਂ ਦੇ ਸਾਰਿਆਂ ਦੀ ਗੇਲੀ ਗੋਤ ਹੈ। ਅੱਛਾ, ਕਾਸਟ ਜਿਹਨੂੰ ਕਹਿੰਦੇ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਹੈ, ਵਾਲਦ ਮੁਹਤਰਮ ਦਾ? ਚੌਧਰੀ ਅਲੀ ਬਖਸ਼ ਗਿੱਲ। ਚੌਧਰੀ ਅਲੀ ਬਖਸ਼ ਗਿੱਲ। ਦਾਦਾ ਜੀ ਦਾ ਨਾਮ ਯਾਦ ਹੈ ਤੁਹਾਡੇ ਦਾ? ਦਾਦਾ ਜੀ ਦਾ ਨਾਂ ਉਹਨਾਂ ਦਾ ਚੌਧਰੀ ਹੁਸੈਨ ਬਖਸ਼। ਚੌਧਰੀ ਹੁਸੈਨ ਬਖਸ਼। ਤੇ ਇਸ ਵੇਲੇ ਆਪਾਂ ਜਿੱਥੇ ਬੈਠੇ ਦਾ ਵੀ ਨਾਂ ਯਾਦ ਹੈ। ਅੱਛਾ, ਪਰਦਾਦੇ ਦਾ ਨਾਂ? ਹਾਂ, ਹੈਬਤ ਅਲੀ ਖਾਨ। ਹੈਬਤ ਅਲੀ ਖਾਨ। ਅੱਛਾ ਉੱਥੋਂ ਤੱਕ ਯਾਦ ਹੈ। ਇਹ ਫੈਸਲਾਬਾਦ ਦੇ ਜਿਹੜੇ ਇਲਾਕੇ 'ਚ ਅਸੀਂ ਬੈਠੇ ਹਾਂ, ਇਸ ਇਲਾਕੇ ਦਾ ਕੀ ਨਾਂ ਹੈ ਜੀ? ਪਹਿਲੇ ਇਹਦਾ ਨਾਂ ਲਾਇਲਪੁਰ ਸੀ। ਅੱਛਾ, ਜਿਹਦਾ ਅੱਜ ਕੱਲ੍ਹ ਫੈਸਲਾਬਾਦ ਨਾਂ। ਫੈਸਲਾਬਾਦ। ਲੇਕਿਨ ਜ਼ਹਿਨੀ ਤੌਰ 'ਤੇ ਮੈਂ ਇਸ ਚੀਜ਼ ਦੇ ਖਿਲਾਫ ਹਾਂ ਨਾਮ ਬਦਲਦੇ। ਅੱਛਾ, ਕਿਉਂਕਿ ਜਿਹੜਾ ਓਰੀਜਨਲ ਨਾਂ ਹੁੰਦਾ ਉਹਦੇ ਵਿੱਚ ਇੱਕ ਪਿੱਛੇ ਤਾਰੀਖ ਹੁੰਦੀ ਹੈ। ਕੀ ਬਾਤ ਹੈ। ਔਰ ਇਹ ਲਾਇਲਪੁਰ ਜਿਹੜਾ ਸੀ, ਇਹ ਸਰ ਲਾਇਲ ਇੱਕ ਗਵਰਨਰ ਸੀ, ਉਹਦੇ ਨਾਂ ਦੇ ਉੱਤੇ ਜਿੱਦਾਂ ਬੰਟਗੁਬਰੀ ਬਾਜ਼ਾਰ ਆ। ਜੀ ਜੀ। ਇਹ ਬੰਟਗੁਬਰੀ ਜਿਹੜਾ ਇਹ ਵੀ ਜਰਨਲ ਸੀ। ਜੀ ਬਿਲਕੁਲ, ਜਰਨੈਲ ਸੀ। ਜੀ ਜੀ। ਉਹਦੇ ਨਾਂ ਤੇ ਬੰਟਗੁਬਰੀ ਬਾਜ਼ਾਰ ਆ। ਔਰ ਲਾਇਲਪੁਰ ਨਾਂ ਜਿਹੜਾ ਸਰ ਲਾਇਲ ਜਰਨਲ ਸੀ ਜਿਹਦੇ ਨਾਂ ਤੇ ਜਿਹਨੇ ਆਬਾਦ ਕੀਤਾ ਸੀ। ਤੁਸੀਂ ਹੁਣ ਕਿੱਥੇ ਬੈਠੇ ਹੋ? ਟੋਟੀਆਂ ਦੇ ਵਿੱਚ। ਟੋਟੀਆਂ ਪਿੰਡ 'ਚ ਬੈਠੇ ਹੋ?
ਚੱਕ ਨੰਬਰ 54 ਜੀਂਬੇ ਅੱਛਾ। ਟੋਟੀਆਂ। ਟੋਟੀਆਂ। ਔਰ ਇਹ ਮਾਸ਼ਾਅੱਲਾ ਇੱਥੋਂ ਦੇ ਸਿੱਖ ਰੱਸਾ ਕਸ਼ੀ ਦੇ ਵਿੱਚ ਸਾਰੀ ਦੁਨੀਆ ਤੇ ਮਸ਼ਹੂਰ ਸਨ। ਅੱਛਾ। ਔਰ ਉਹਨਾਂ ਨੂੰ ਇੱਥੇ ਬਰਬੇ ਮਿਲੇ ਸੀ, ਹੂੰ। ਸਾਰੀ ਦੁਨੀਆ ਦੇ ਉੱਤੋਂ ਮਸ਼ਹੂਰ ਸਨ। ਇਹ ਟੋਟੀਆਂ ਦੇ ਲਾਗੇ ਕਿਹੜੇ ਕਿਹੜੇ ਪਿੰਡ ਆ, ਕੋਈ ਨਾਮ ਪਤਾ? ਟੋਟੀਆਂ ਦੇ ਲਾਗੇ, ਆਹੋ। ਟੋਟੀਆਂ ਦੇ ਲਾਗੇ ਸਿਧਵਾ, ਹਾਂ। ਸਯਾਦਾ, ਅੱਛਾ। ਮੁੰਡਾ ਪਿੰਡ, ਹਾਂ। ਬਾਬਾ ਬਕਾਲਾ, ਅੱਛਾ। ਵੱਡਾ ਘਿਆਲਾ, ਹੂੰ। ਮੁੱਲਾਪੁਰਿਆ, ਹਾਂ। ਸਯਾਦਾ, ਸਯਾਦਾ। ਇਹ ਸਾਡੇ ਆਲ ਦੁਆਲ ਤੁਹਾਡੇ ਪਿੰਡ ਸੀ। ਇਹ ਤੁਹਾਡੇ ਨਾਂ ਤੋਂ ਲੱਗ ਰਿਹਾ ਕਿ ਸਾਰੇ ਸਿੱਖਾਂ ਦੇ ਪਿੰਡ ਹੋਣੇ ਆ। ਹਾਂ ਬਿਲਕੁਲ, ਇਹ ਸਿੱਖਾਂ ਨੂੰ ਇਹ 84 ਪਿੰਡ ਸਿੱਖਾਂ ਦੇ ਸਨ। ਇਹ ਦਸਰਾਣਾ ਜਿਹੜੀ ਨਹਿਰ ਹੈ, ਛੋਟੀ ਨਹਿਰ, ਇਹ ਚੰਗ ਬ੍ਰਾਂਚ ਤੋਂ ਉਰਾ ਝੰਗ ਉਰਾ। ਝੰਗ ਨਹਿਰ ਚੋਂ ਨਿਕਲਦੀ ਹੈ ਤੇ ਇਹ ਦਸਰਾਣਾ ਨੂੰ ਕਹਿੰਦੇ ਆ ਰਾਜਬਾ। ਇਹਦੇ ਉੱਤੇ 84 ਪਿੰਡ ਸਿੱਖਾਂ ਦੇ ਸਨ। ਠੀਕ ਹੋ ਗਿਆ। ਅੱਛਾ, ਤੁਸੀਂ ਇੱਧਰ ਦੇ ਵਸਿੰਦੇ ਹੋ ਟੋਟੀਆਂ ਦੇ, ਫੈਸਲਾਬਾਦ ਦੇ, ਜਾਂ ਉਧਰੋਂ ਆਏ ਹੋ? ਅਸੀਂ ਉਧਰੋਂ ਆਏ 1947 ਦੇ ਵਿੱਚ, 1947 ਚ ਉਧਰੋਂ ਆਏ ਹੋ। ਪਾਰਟੀਸ਼ਨ ਤੋਂ ਬਾਅਦ। ਉਧਰ ਤੁਹਾਡਾ ਕਿਹੜਾ ਪਿੰਡ ਸੀਗਾ? ਉਧਰ ਸਾਡਾ ਸੋਈਆਂ ਕਲਾਂ ਸੀ। ਸੋਈਆਂ ਕਲਾਂ। ਸੋਈਆਂ ਦੇ 2 ਪਿੰਡ ਸੀ, ਅੱਛਾ। ਇੱਕ ਸੋਈਆਂ ਖੁਰਦ ਸੀ। ਹੂੰ। ਇਹ ਦੋਵੇਂ ਲਫ਼ਜ਼ ਜਿਹੜੇ ਕਲਾਂ ਔਰ ਖੁਰਦ ਦੇ ਫਾਰਸੀ ਦੇ ਲਫ਼ਜ਼ ਜੀ ਆ। ਜੀ ਬਿਲਕੁਲ। ਕਲਾਂ ਕਹਿੰਦੇ ਬੜੇ ਨੂੰ, ਹੂੰ। ਖੁਰਦ ਕਹਿੰਦੇ ਛੋਟੇ ਛੋਟੇ ਨੂੰ। ਨੂੰ। ਇਹ ਸਾਡਾ ਪਿੰਡ ਸੋਈਆਂ ਜਿਹੜਾ ਹੈ, ਸੋਈਆਂ ਕਲਾਂ ਸੀ। ਹੂੰ। ਔਰ ਇਹਦੇ 9 ਨੰਬਰਦਾਰ ਸਨ, ਅੱਛਾ। ਜਿਹਦੇ ਵਿੱਚ 6 ਨੰਬਰਦਾਰ ਮੁਸਲਮਾਨ ਸਨ, ਹੂੰ। 3 ਨੰਬਰਦਾਰ ਸਿੱਖ ਸਨ। ਐਡਾ ਵੱਡਾ ਪਿੰਡ ਸੀ ਹੂੰ। ਕਿਤੇ 4 ਸ਼ਬੰਦੇ ਜਿਹੜੀ ਸੀ ਫਸੀਲ ਸੀ, ਅੱਛਾ। ਔਰ 4 ਦਰਵਾਜ਼ੇ ਸੀ ਪਿੰਡ ਦੇ ਵਿੱਚੋਂ ਬਾਹਰ ਨਿਕਲਦੇ। ਹੂੰ। ਔਰ ਉੱਥੇ 8 ਹਥਿਆਰ ਸਨ, ਯਾਨੀ ਛੋਟੇ ਬਰਤਨ ਤੋਂ ਲੈ ਕੇ ਤੇ ਦੇਗਾਂ ਤੱਕ ਸਾਡੇ ਪਿੰਡ 'ਚ ਬਣਦੀਆਂ ਸੀ। ਸਹੀ। ਕਿਸੇ ਨੇ ਬੱਚੀ ਦੀ ਸ਼ਾਦੀ ਕਰਨੀ ਹੋਵੇ, ਬੱਚੇ ਦੀ ਸ਼ਾਦੀ ਕਰਨੀ ਹੋਵੇ, ਬਾਜ਼ਾਰ ਸੀ ਪੂਰਾ ਬਜਾਜੀ ਦਾ ਵੀ। ਹਰ ਸ਼ਹਿਰ ਜਾਣ ਦੀ ਲੋੜ ਨਹੀਂ ਸੀ, ਹਰ ਸ਼ਹਿਰ ਪਿੰਡ ਦੇ ਵਿੱਚ ਅਵੇਲੇਬਲ ਸੀ। ਅੱਛਾ। ਔਰ ਹਰ ਕਿਸਮ ਦੀਆਂ ਬਰਾਦਰੀਆਂ ਸੀ, ਔਰ ਉਹਨਾਂ ਦੇ ਅਲੱਗ ਮਹੱਲੇ ਸੀ। ਅੱਛਾ। ਮਤਲਬ ਘੁਮਿਆਰਾਂ ਦੇ ਅਲੱਗਾ, ਝਗੜਾਂ ਦੇ ਅਲੱਗਾ, ਲੁਹਾਰਾਂ ਦੇ ਅਲੱਗਾ, ਜਿਹੜੀਆਂ ਕੌਮਾਂ ਨੇ, ਬਹੁਤ ਬੜਾ ਜੋ ਪਿੰਡ ਸੀ। ਤਾਂ ਮੈਨੂੰ ਅਜੇ ਵੀ ਨਕਸ਼ੇ ਯਾਦ ਆ, ਪਿੰਡ ਸਾਰਾ ਦਾ ਸਾਹਮਣੇ ਆ। ਸੋ ਕਿ ਜਿਹੜਾ ਤੁਹਾਡਾ ਸੂਈਆਂ ਕਲਾਂ ਸੀਗਾ, ਇਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ ਤੁਹਾਡੇ? ਇਹਦੇ ਲਾਗੇ ਪਿੰਡ ਸੀ, ਬੜੀਆਂ ਦਾਗਾ ਸੀ, ਸੜਕ ਪੱਕੀ ਦੇ ਕਿਨਾਰੇ ਸੀ। ਉਹ ਸੜਕ ਜਿਹੜੀ ਅੰਮ੍ਰਿਤਸਰ ਚੋਂ ਆਪਣਾ ਮਜੀਠੇ ਨੂੰ ਆਉਂਦੀ ਸੀ। ਅੱਛਾ। ਮਜੀਠਾ ਸਟੇਸ਼ਨ ਵੀ ਸੀ। ਫਿਰ ਸਾਡੇ ਲਾਗੇ ਚੇਤਨਪੁਰਾ ਸੀ, ਉਹ ਵੀ ਸਿੱਖਾਂ ਦਾ ਪਿੰਡ ਸੀ। ਪਠਾਨ ਡੰਗਲ ਸੀ, ਉਹ ਵੀ ਸਿੱਖਾਂ ਦਾ ਪਿੰਡ ਸੀ। ਜਗਦਿਆ ਸੀ, ਉਹ ਵੀ ਸਿੱਖਾਂ ਦਾ ਪਿੰਡ ਸੀ। ਅੱਗੇ ਦਬੁਰਜੀ ਸੀ, ਉਹ ਮੁਸਲਮਾਨਾਂ ਦਾ ਸੀ। ਅੱਗੇ ਲੁਹਾਰਕਾ ਸੀ, ਉਹ ਵੀ ਮੁਸਲਮਾਨਾਂ ਦਾ ਸੀ। ਤੇ ਇਹ ਇਸ ਤੋਂ ਇਹ ਪਿੰਡ ਸਭ ਸਾਡੇ 4। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਸੂਈਆਂ ਕਲਾਂ, ਇਹਦਾ ਵਸੇਬ ਕਿਸ ਤਰ੍ਹਾਂ ਦਾ ਸੀ? ਮਤਲਬ ਈਦਾਂ ਤੇ ਦੀਵਾਲੀਆਂ ਤੇ ਸ਼ਬਰਾਤਾਂ ਤੇ ਆਣ ਜਾਣ ਹੈ ਸੀ? ਬੜਾ ਬਹੁਤ, ਬਲਕਿ ਜਦੋਂ ਪਾਰਟੀਸ਼ਨ ਹੋਈ ਹੈ, ਜੇ ਤੁਸੀਂ ਸਾਰੀ ਕਹਾਣੀ ਮੇਰੇ ਕੋਲ ਸੁਣਨਾ ਪਸੰਦ ਕਰੋ ਤੇ ਪਹਿਲੇ ਸਾਡੇ ਖਾਨਦਾਨੀ ਚੀਜ਼ ਇਹ ਹੈ ਕਿ ਸਾਡੇ ਵਾਲਦ ਸਾਹਿਬ ਜਿਹੜੇ ਸੀ, ਸਾਡੇ ਮਾਮੇ ਨੰਬਰਦਾਰ ਸਨ। ਅੱਛਾ। ਉਹ ਭੇਟੇ ਵੱਡਾਂ ਦੇ ਵਿੱਚ ਸਨ। ਅੱਛਾ। ਸਿੱਧਾ ਪਿੰਡ ਸਿੱਖਾਂ ਦਾ ਸੀ। ਉਹ ਗੋਪਾਲ ਸਿੰਘ ਭੇਟੇ ਵੱਡਾਂ ਦਾ ਬੜਾ ਮਸ਼ਹੂਰ ਹੋਇਆ। ਅੱਛਾ। ਤੇ ਉਹ ਸਾਡੇ ਨਾਨਕੇ ਸੀ, ਉਹ ਨੰਬਰਦਾਰ ਸੀ। ਅੱਛਾ। ਤੇ ਇੱਥੇ ਜਿਹੜੇ ਮੇਰੇ ਵਾਲਦਾ ਦੇ ਸਕੇ ਫੁੱਫਾ ਸਨ, ਉਹ ਸਫੈਦਪੋਸ਼ ਸਨ। ਅੱਛਾ। ਅਲੀ ਅਕਬਰ ਉਹਨਾਂ ਦਾ ਨਾਮ ਸੀਗਾ। ਤੇ ਜਦੋਂ ਪਾਰਟੀਸ਼ਨ ਹੋਈ ਆ, ਮਤਲਬ ਜਦੋਂ ਅਸੀਂ ਨਿਕਲੇ ਆ ਪਿੰਡ ਚੋਂ, ਅਸੀਂ ਪਹਿਲੋਂ ਹੀ ਸਾਡੇ ਚਾਚੇ ਦੀ ਮਤਲਬ ਨੂੰਹ ਸੀ, ਉਹ ਸੀ ਵੀਰੋ ਕੇ ਦਾਰੋਵਾਲ। ਉਹ ਜ਼ਿਲ੍ਹਾ ਬਣ ਗਿਆ, ਤਹਿਸੀਲ ਸੀ, ਇੱਥੇ ਪਿੰਡ ਸੀ ਵੀਰੋ ਕੇ, ਰਾਵੀ ਦੇ ਕਿਨਾਰੇ। ਸਹੀ ਹੋ ਗਿਆ। ਉਹ ਸਾਨੂੰ ਯਾਨੀ ਪਹਿਲਾ ਜਥਾ ਪਿਆ ਪਿੰਡ ਦੇ ਵਿੱਚ। ਉਹਦੇ ਬਾਅਦ ਫਿਰ ਸਾਨੂੰ ਉਹ ਨਾਲ ਲੈ ਕੇ, ਇੱਕ ਮੈਂ ਸਾਂ, ਇੱਕ ਮੇਰੇ ਚਾਚੇ ਦਾ ਪੋਤਰਾ ਸੀ, ਉਹ ਸੀ। ਅੱਛਾ। ਇੱਕ ਉਹ ਸਾਡੀ ਭਾਬੀ ਦਾ, ਉਹਨੇ ਆਪਣਾ ਭੜੇਵਾ ਸੀ, ਗਰੀ ਸੀ ਉਹਦਾ ਨਾਂ, ਉਹਨੂੰ ਬੁਲਾਇਆ ਸੀ। ਉਹ ਲੈ ਕੇ ਲਾਗੇ ਨਾਗਾ ਸੀ, ਨਾਗਾ ਚਲੇ ਗਏ। ਤੇ ਨਾਗਾ ਤੋਂ ਫਿਰ ਅਸੀਂ ਉਹ ਗੱਡੀ 'ਤੇ ਬੈਠ ਕੇ ਤੇ ਰਵਿਦਾਸ ਸਟੇਸ਼ਨ ਸੀ, ਉੱਥੋਂ ਉਤਰ ਕੇ ਤੇ ਜੱਟਾ ਪਿੰਡ ਸੀ, ਉੱਥੇ ਰਸਤਾ ਦੀ ਰਿਸ਼ਤੇਦਾਰੀ ਸੀ, ਉੱਥੇ ਠਹਿਰੇ। ਉੱਥੋਂ ਫਿਰ ਵੀਰੋ ਕਿਆ ਤੋਂ ਯਾਨੀ ਆਏ ਸਨ ਲੋਕ ਉੱਧਰੋਂ, ਫਿਰ ਸਾਨੂੰ ਨਾਲ ਉੱਧਰ ਲੈ ਗਏ। ਅੱਛਾ। ਇੱਥੇ ਜਿਸ ਦਿਨ ਪਾਰਟੀਸ਼ਨ ਹੋਈ ਆ, ਪਿੰਡ ਨਿਕਲਿਆ ਤੇ ਹਜ਼ਾਰਾ ਸਿੰਘ ਨੰਬਰਦਾਰ ਜਿਹੜਾ ਸੀ, ਉਹ ਸਾਡੇ ਵਾਲਦ ਸਾਹਿਬ ਦਾ ਧਰਮ ਦਾ ਭਰਾ ਬਣਿਆ ਸੀ। ਅੱਛਾ। ਔਰ ਉਹ ਪਹਿਲੋਂ ਦੱਸਿਆ ਸਾਡੀ ਹਮਸ਼ੀਰਾ ਨੇ, ਉਹ ਵੀ ਫੌਤ ਹੋ ਗਈ ਆ, ਵੀ ਮੈਂ ਉਹਨਾਂ ਨੂੰ ਪੁੱਛਿਆ, ਬਾਬਾ ਜੀ ਉੱਧਰ ਕਹਿੰਦੇ ਸੀ ਆਪ,
ਤੇ ਯਾਰ ਸਿੰਘ ਨੰਬਰਦਾਰ ਮਿਲੇ ਤੇ ਮੈਂ ਆਖਿਆ ਬਾਬਾ ਜੀ ਮੇਰੇ ਉਹ ਬਾਬਾ ਜੀ ਕਿੱਥੇ ਆ? ਉਹਨਾਂ ਆਖਿਆ ਬਣਾਏ ਤੂੰ ਇੱਥੇ ਕੀ ਕਰ ਰਿਹਾ? ਨਿਕਲ ਜਾ, ਸਾਰਾ ਪਿੰਡ ਨਿਕਲਿਆ, ਤੂੰ ਵੀ ਨਿਕਲ ਫੌਜ ਚੱਲ ਇੱਥੋਂ। ਅੱਛਾ ਚਲੋ ਘਲਾਤਾ। ਉਧਰੋਂ ਪਿੰਡ 'ਚ ਅਸੀਂ ਨਿਕਲਿਆ ਨਾ ਤੇ ਗੋਲੀ ਚੱਲਦੀ, ਬਾਹਰਲੇ ਪਿੰਡ ਸੜ ਬੱਲਾ ਸੀ ਇੱਕ, ਅੱਛਾ ਉਧਰੋਂ ਮੁਖਤਲਿਫ ਜਗ੍ਹਾ ਤੋਂ ਜੱਸਾ ਜੁੱਸਾ ਪਿਆ ਸੀ। ਔਰ ਉਹ ਜਿਹੜੇ ਸਾਡਾ ਜਦੋਂ ਨਿਕਲੇ ਜੀ ਤੇ ਕੋਈ ਸ਼ਾਮ ਤੇ ਮਤਲਬ ਇਹ 1-2 ਘੰਟੇ ਤੇ ਰਹਿੰਦਾ ਉਹ ਜਦੋਂ ਨਿਕਲਿਆ ਲੋਕ ਤਾਂ ਔਰਤਾਂ ਕਈ ਮਰਦ ਜਿਹੜੇ ਗੋਲੀ ਗਾਲੀ ਚੱਲਦੀ ਸੀ, ਉਹ ਇੱਕ ਗੁੱਜਾ ਪੀਰ ਇੱਕ ਜਗ੍ਹਾ ਸੀ ਨਾਲ ਹੀ ਪਿੰਡ ਦੇ ਉਹਦੇ ਅੰਦਰ, ਅੱਛਾ ਉਹ ਜਾ ਵੜੇ। ਸਾਡੀ ਵਾਲਦਾ ਜਿਹੜੀ ਸੀ, ਅਸੀਂ ਤੇ ਇੱਥੇ ਆ ਗਏ, ਸਾਨੂੰ ਮੈਂ ਦੱਸ ਦਿੱਤਾ ਤੁਹਾਨੂੰ, ਉਹ ਵਾਲਦਾ ਸਾਡੀ ਬਾਰੀ ਦੇ ਵਿੱਚ ਬੈਠੇ ਸੀ, ਉਹ ਗੋਲੀ ਚੱਲਦੀ ਸੀ, ਉਹ ਗੋਲੀ ਚਲਦੀ ਚਲਦੀ ਸਾਡੀ ਵਾਲਦਾ ਦੇ ਨਾਲ ਇੱਥੇ ਆੜ ਕੇ ਲੱਗੀ, ਇੱਥੇ ਗੋਲੀ ਵੱਜ ਗਈ ਇੱਥੋਂ ਲੱਗ ਕੇ ਤੇ ਇੱਧਰ ਨਿਕਲ ਗਈ। ਓਹੋ ਹੋ ਅਸੀਂ ਦੇਖਿਆ ਨਾ ਉਹ ਫਿਰ ਜਿਸੇ ਦਿਲ ਡੁੱਬ ਗਿਆ ਤੇ ਫਿਰ ਲੋਕ ਜਿਹੜੇ ਸੀ ਨਾ ਉਹ ਜਿਹੜੇ ਸਹੀ ਸਨ, ਔਰਤਾਂ ਮਰਦ ਉਹ ਸਾਰੇ ਜਿਹੜੇ ਸਨ ਉਹ ਨਾਗਾ ਪਿੰਡ ਸੀ, ਉਹ ਰਾਤ ਉੱਥੇ ਸਾਰੇ ਚਲੇ ਗਏ। ਉਹ ਜਿਹੜਾ ਵਾਲਦਾ ਤੋਂ ਜ਼ਖਮੀ ਸੀ ਹੋਰ ਨਹੀਂ ਸੀ। ਸਵੇਰੇ 1100 ਨੰਬਰਦਾਰ ਜਿਹੜਾ ਸੀ ਉਹ ਲੈ ਕੇ ਨਾਲ ਟੀਮ ਨੂੰ ਤੋਂ ਫਿਰ ਰਿਹਾ ਸੀ, ਦੇਖ ਰਿਹਾ ਸੀ। ਉਹ ਜਿਸੇ ਵਾਲਦਾ ਨੂੰ ਉਹਨੇ ਦੇਖਿਆ ਤੇ ਉਹਦਾ ਸਾਰਿਆਂ ਵੱਲ ਧਿਆਨ ਕਰਕੇ ਤੇ ਉਹਨੇ ਗਾਲਾਂ ਕੱਢੀਆਂ ਵੀ ਇਹਨਾਂ ਦੇ ਘਰੋਂ ਤੁਸੀਂ ਦੁੱਧ ਪੀਂਦੇ ਹੁੰਦੇ ਸੋ ਤੇ ਇਹ ਕੀ ਮੈਂ ਦੇਖ ਰਿਹਾ। ਉਹ ਸਾਰਿਆਂ ਕਿਹਾ ਵੀ ਸਾਨੂੰ ਪਤਾ ਹੀ ਨਹੀਂ, ਲਾਲ ਵੀ ਬਾਹਰ ਵਜੇ ਸਾਇਓ ਨਾ ਵੱਜ ਗਈ। ਵਾਲਦਾ ਦੱਸਦੇ ਉਸ ਵਕਤ ਉਹਨੇ ਆਪਣੀ ਪੱਗ ਲਾਈ, ਪੱਗ ਪਾੜੀ, ਅੱਧੀ ਪੱਗ ਜਿਹੜੀ ਸੀ ਉਹ ਮੇਰੇ ਇੱਥੇ ਬੱਧੀ, ਮੱਝਾ ਭਗਵਾਇਆ, ਮੱਝਾ ਭਗਵਾ ਕੇ ਸਾਈਆਂ ਨੂੰ ਸੱਦਿਆ, ਅੱਛਾ ਤੇ ਮੱਝਾ ਮੇਰਾ ਚੁਕਵਾ ਕੇ ਜਿਹੜਾ ਸੀ ਉਹ ਗੁਰਦੁਆਰੇ ਲੈ ਗਿਆ। ਉੱਥੇ ਨਾਲ ਹੀ ਮਜੀਠਾ ਸੀ, ਸਰਕਾਰੀ ਹਸਪਤਾਲ ਸੀ, ਹਜ਼ਾਰਾ ਸਿੰਘ ਦੇ ਸਿੱਖਾਂ ਨੂੰ ਚੁਕਾਇਆ ਮੱਝਾ ਤੇ ਉੱਥੇ ਮਜੀਠੇ ਜਿਹੜਾ ਸੀ ਹਸਪਤਾਲ 'ਚ ਦਾਖਲ ਕਰਾਇਆ ਵਾਲਦਾ। ਅੱਛਾ ਹਜ਼ਾਰਾ ਸਿੰਘ ਦੇ ਸੁਭਾਅ ਵੀ ਉਹਨਾਂ ਨੂੰ ਪਤਾ ਸੀ ਕਿ ਮੁਸਲਮਾਨ ਜਿਹੜੇ ਈਸਾਈਆਂ ਕੋਲੋਂ ਭਿੱਟ ਕਰਦੇ ਨੇ, ਭਿੱਟ ਨੂੰ ਸਮਝਦੇ? ਹਾਂਜੀ ਹਾਂਜੀ ਹਾਂ। ਤੇ ਉਹ ਇੱਕ ਲੰਬੀ ਇੱਕ ਡਾਂਗ ਹੁੰਦੀ ਸੀ, ਤੇ ਵਾਲਦਾ ਦੱਸਦੇ ਕਿ ਗੜਵੀ ਦੇ ਵਿੱਚ ਦੁੱਧ ਬੱਧਾ ਹੋਣਾ, ਕਿ ਰੋਟੀ ਬੱਧੀ ਹੋਣੀ, ਤੇ ਈਸਾਈਆਂ ਨੂੰ ਹੁਕਮ ਹੁੰਦਾ ਸੀ ਵੀ ਚੁਦਰਾੜੀ ਆਪੇ ਖੋਲੇ ਤੇ ਆਪੇ ਬੰਦ ਹੈਗੀ ਤੇ ਤੁਹਾਡਾ ਕੰਮ ਹੈ ਉੱਥੇ ਜਾ ਕੇ ਰੱਖ ਦੇਣਾ। ਮਤਲਬ ਉਹ ਛੋਟੀ ਜੀ ਜਿੱਦਾਂ ਆਪਾਂ ਪੁਰਾਣੀਆਂ ਤਸਵੀਰਾਂ 'ਚ ਵੀ ਵੇਖਦੇ ਉਹਨੇ ਉਹਦੇ ਤੇ ਡਾਂਗ ਰੱਖ ਲੈਣੀ ਨਾ, ਅਗਲੇ ਬੰਨੇ ਰੋਟੀ ਬੱਧੀ ਹੁੰਦੀ ਪੋਣੇ ਨਾਲ, ਪਹਿਲੇ ਬੰਨੇ ਦੁੱਧ ਹੁੰਦਾ ਸੀ ਤੇ ਉੱਥੇ ਪਹੁੰਚਾਉਣਾ। ਆਖਰਕਾਰ ਇਹ ਹੋਇਆ ਵੀ ਮੁੜ ਕੇ ਉਹਨਾਂ ਨੇ ਨਾ ਸਾਈ ਨੂੰ ਭੇਜਿਆ ਇੱਥੇ। ਪਹਿਲਾਂ ਮੈਂ ਹਿਸਟਰੀ ਦੱਸਣ ਲੱਗਾ ਕਿ ਜਿਹੜੇ ਸਾਡੇ ਪੀਰ ਨੇ ਨਾ ਇੱਥੇ ਆ ਉਹਨਾਂ ਦਾ ਬਾਜ਼ਾਰ, ਫਜ਼ਲ ਸ਼ਾਹ ਦਾ ਫਜ਼ਲੁੱਦੀਨ ਸਾਡੀ ਬਰਾਦਰੀ ਦੇ ਆ, ਉਹ ਵਾਲਾ ਸਾਹਿਬ ਦੇ ਪੀਰ ਭਾਈ ਵੀ ਸਨ। ਅੱਛਾ ਠੀਕ ਹੋ। ਉਹਨਾਂ ਦਾ ਭਾਣਜਾ ਸੀ ਜਿਹੜਾ ਫੌਜ ਦੇ ਵਿੱਚ ਸੀ, ਅੱਛਾ ਉਹ ਟਰੱਕ ਲਿਆਇਆ ਤੇ ਉੱਥੋਂ ਲਿਜਾ ਰਿਹਾ ਸੀ ਲੋਕਾਂ ਨੂੰ ਇੱਥੋਂ ਨਾਗਾ ਤੋਂ, ਤੇ ਵਾਲਾ ਸਾਹਿਬ ਵੀ ਚੜ੍ਹਨ ਲੱਗੇ ਤੇ ਵਾਲਾ ਸਾਹਿਬ ਨੂੰ ਜਿਹੜੇ ਫਜ਼ਲ ਸ਼ਾਹ ਸਾਡੇ ਵਾਲਦ ਦੇ ਪੀਰ ਭਾਈ ਮੇਰੇ ਵੀ ਪੀਰ, ਉਹਨਾਂ ਨੂੰ ਉਤਾਰ ਦਿੱਤਾ ਤੇ ਇਹ ਵੀ ਉਹਨਾਂ ਦੀ ਕਰਾਮਤ ਸੀ। ਨਾਲ ਉਹਨਾਂ ਕਿਹਾ ਵੀ ਤੁਹਾਡੇ ਸਿੱਖਾਂ ਨਾਲ ਬਹੁਤ ਆਲਾ ਤਲਕਾਤ ਨੇ ਤੇ ਹੋ ਸਕਦਾ ਚੁਦਰਾੜੀ ਜਿਹੜੀ ਹੈ ਕੋਈ ਸਵਾਬ ਬਣ ਜਾਏ। ਉਹ ਸੀ ਵੀ ਉਹ ਪਤਾ ਹੀ ਨਹੀਂ ਸੀ ਵੀ ਸਾਰੇ ਲੋਕ ਕਤਲ ਹੋ ਗਏ ਨੇ, ਤੇ ਤੁਸੀਂ ਨਾਲ ਉਤਾਰ ਦਿੱਤਾ। ਉਹਦੇ ਬਾਅਦ ਹਜ਼ਾਰਾ ਸਾਹਿਬ ਨੰਬਰਦਾਰ ਨੇ ਸਾਈ ਨੂੰ ਭੇਜਿਆ ਨਾਗਾ 'ਚ ਵਾਲਾ ਸਾਹਿਬ ਕੋਲ ਵੀ ਤੁਸੀਂ, ਮੈਂ ਚੁਦਰਾੜੀ ਨੂੰ ਉੱਥੇ ਦਾਖਲ ਕਰਾਇਆ ਮਜੀਠੇ ਹਸਪਤਾਲ 'ਚ, ਤੇ ਤੁਸੀਂ ਫੌਜ ਨੂੰ ਖੜ ਕੇ ਤੇ ਉੱਥੋਂ ਤੁਸੀਂ ਲੈ ਆਓ। ਤਾਂ ਵਾਲਦਾ ਦੱਸਦੇ ਨੇ ਫਿਰ ਵਾਲ ਸਾਹਿਬ ਤਾਂ ਫੌਜ ਨੂੰ ਲਿਆ, ਇਹਨਾਂ ਨੇ ਅੱਗੇ ਚੇਤਰਪੁਰੇ ਵੀ ਜਾਣਾ ਸੀ ਫੌਜ ਨੇ। ਸਹੀ। ਉਹ ਜਿਵੇਂ ਚੇਤਰਪੁਰੇ ਅੱਗੇ ਗਏ, ਉਹ ਉੱਥੇ ਮਜੀਠੇ ਗਏ ਤੇ ਫੌਜ ਕਹਿਣ ਲੱਗੀ ਵਾਲਾ ਸਾਹਿਬ ਨੂੰ ਵੀ ਤੁਸੀਂ ਇੱਥੇ ਉਤਰ ਜਾਓ ਤੇ ਅਸੀਂ ਆਪਣਾ ਅੱਗੋਂ ਫੌਜ ਅੱਗੋਂ ਪਤਾ ਕਰਕੇ ਤੇ ਵਾਪਸੀ ਤੇ ਤੁਹਾਨੂੰ ਲੈ ਲਾਂਗੇ। ਉਹ ਵਾਲਦਾ ਦੱਸਦਾ ਕਿ ਉਹਨਾਂ ਦੱਸਿਆ ਵੀ ਤੁਸੀਂ ਇਹਨਾਂ ਦੇ ਨਾਲ ਹੀ ਜਾਓ, ਨਹੀਂ ਤੇ ਅੱਜ ਦੇ ਬਰਸ਼ੀਆਂ ਕੁਆਰੀਆਂ ਲੋਕ ਤੁਰੇ ਫਿਰਦੇ ਆ, ਜਿਸ ਚਲੇ ਗਏ ਉਸ ਵੇਲੇ ਸਾਡਾ ਸਿਰ ਲਾ ਦੇਣਾ, ਉਦੋਂ ਵਕਤ ਹੀ ਇਹੋ ਜਿਹਾ, ਤੁਸੀਂ ਵੀ ਨਾਲ ਹੀ ਜਾਓ। ਸਹੀ। ਤੋ ਵਾਲਦ ਸਾਹਿਬ ਵੀ ਫੌਜ ਦੇ ਨਾਲ ਹੀ ਚਲੇ ਗਏ। ਵਾਪਸੀ ਤੇ ਫਿਰ ਵਾਲਦ ਸਾਹਿਬ ਨੂੰ ਲੈ ਲਿਆ, ਵਾਲਦਾ ਨੂੰ ਲੈ ਲਿਆ, ਮਜੀਠੇ ਆ ਗਏ। ਮਜੀਠਿਓਂ ਫਿਰ ਇੱਥੇ ਪਾਰਟੀਸ਼ਨ ਜਿਹੜੀ ਸੀ ਮੁੜ ਕੇ ਇੱਧਰ ਆ ਗਏ। ਉੱਧਰ ਸਾਡੀ ਕਹਾਣੀ ਇਹ ਆ, ਹਿੰਦੁਸਤਾਨ ਵੱਲੋਂ ਮੁਸਲਮਾਨ ਕਾਫਲਿਆਂ ਦੇ ਕਾਫਲੇ ਆਉਂਦੇ ਸੀ। ਉਹ ਮੈਂ ਵੀ ਛੋਟੀ ਜਿਹੀ ਇੰਨੀ ਕੁ
ਉਮਰ 10-12 ਸਾਲ ਦੀ ਕਿਹੜੀ ਹੁੰਦੀ ਆ। ਤੇ ਉਹ ਜਿਹੜਾ ਰਾਵੀ ਦਾ ਦਰਿਆ ਜਿਹੜਾ ਸੀ ਨਾ, ਉੱਥੇ ਸਹੀ। ਕਰੀਬ 1 ਮੁਰੱਬਾ ਅਟਵਾ ਹੋਣਾ ਪਿੰਡ ਤੋਂ। ਤਾਂ ਮੈਂ ਵੀ ਸਾਰਾ ਉੱਥੇ ਜਾਣਾ, ਫਿਰ ਸਾਡੇ ਵੀ ਸ਼ਾਇਦ ਵਾਲਦ ਜਾਂ ਵਾਲਦਾ ਸਾਡਾ ਵੀ ਕੋਈ ਟੱਕਰ ਮੇਰਾ ਗਿਆ। ਵੀ ਕੋ ਆ ਜਾਏ। ਹਾਂ ਤੇ ਇਸ ਤਰ੍ਹਾਂ ਗੁਜ਼ਾਰ ਕੇ ਸ਼ਾਮ ਨੂੰ ਵਾਪਸ ਆਏ। ਖੈਰ ਕਾਫੀ ਵਕਤ ਫਿਰ ਉੱਥੇ ਇਸ ਤਰ੍ਹਾਂ ਹੀ ਗੁਜ਼ਾਰਿਆ। ਫਿਰ ਸਾਡਾ ਵੱਡਾ ਚਾਚਾ ਦਾ ਪੁੱਤ ਸੀ, ਉਹ ਚਲਾ ਗਿਆ। ਉਹਨੇ ਫਿਰ ਆਣ ਕੇ ਤੇ ਉਹ ਸਾਨੂੰ ਸਰਗੋਧੇ ਚੱਬਾ ਉਹਦੇ ਲਾਗੇ ਪਿੰਡ ਸੀ, ਉੱਥੇ ਫਿਰ ਉਹ ਲੈ ਗਿਆ। ਇੱਥੇ ਫਿਰ ਉਹ ਬਾਕੀ ਪਤਾ ਲੱਗਾ ਕਿ ਪਿੰਡ ਦੇ ਉਹ ਇੱਥੋਂ ਪਿੰਡੋਂ ਹੋ ਕੇ ਗਿਆ ਨਾ, ਢੋਠੀਆਂ ਤੋਂ, ਫਿਰ ਸਾਰਾ ਪਿੰਡ ਸਾਡਾ ਜਿਹੜਾ ਸੋਈਆਂ ਦਾ ਜਿੰਨਾ ਪਿੰਡ ਸੀ ਨਾ, ਬੰਬੈ ਕੰਬੀਆਂ ਦੇ ਸਾਰੇ ਇੱਥੇ ਆਣ ਬੈਠੇ, ਕਿਉਂਕਿ ਆ ਭੋਲੇਵਾਲ ਦੇ ਇਹ ਸਾਡੇ ਬਰਾਦਰੀ ਸਨ ਜਿਹੜੇ ਇੱਥੇ ਜਹਾਜ਼ ਦੇ ਬਗੈਰ ਵੀ MP ਰਹੇ, ਤੇ ਇਹਨਾਂ ਨੇ ਪਿੰਡ ਖਾਲੀ ਕਰਾਇਆ ਸੀ, ਇੱਥੇ ਆਣ ਕੇ ਬੈਠ ਗਏ। ਤੇ ਉਹਦੇ ਬਾਅਦ ਮੁੜ ਕੇ ਹਾਲਾਤ ਜਿਹੜੇ ਸੀ ਉਹ ਬਦਲਦੇ ਗਏ। ਫਿਰ ਆ ਜਦੋਂ ਅਸੀਂ ਪਾਰਟੀਸ਼ਨ ਹੋਇਆ ਆਏ ਆ, ਤੇ ਲੈਲਪੁਰ ਜਿਹੜਾ ਘੰਟਾ ਘਰ ਦੇ 4 ਚੁਫੇਰੇ ਜਿਹੜੇ ਟਾਂਗਿਆਂ ਦਾ ਅੱਡਾ ਹੁੰਦਾ ਸੀ। ਅੱਛਾ। ਔਰ ਯਾਨੀ 8 ਬਾਜ਼ਾਰਾਂ ਦੇ ਵਿੱਚ ਕੋਈ ਬੰਦਾ ਦੁਪਹਿਰ ਵੇਲੇ ਨਜ਼ਰ ਨਹੀਂ ਸੀ ਆਉਂਦਾ। ਔਰ ਇਹ ਜਿਹੜੀ ਜਰਾ ਕਲੋਨੀਆਂ ਹੁਣ ਇੱਥੇ ਡੰਗਰਾਂ ਦੀ ਮੰਡੀ ਲੱਗਦੀ ਹੁੰਦੀ ਸੀ, ਇੱਕ ਸਿਰਫ ਅੱਠੇ ਬਾਜ਼ਾਰਾਂ ਦੇ ਦੁਆਲੇ ਆਬਾਦੀ ਸੀ। ਅੱਛਾ। ਤੇ ਜਾਂ ਧੋਬੀ ਘਾਟ ਸੀ, ਜਾਂ ਗੁਜਰ ਬਸਤੀ ਸੀ, ਸਹੀ। ਤੇ ਜਾਂ ਹੈਗਾ ਸੀ ਮੁਹੰਮਦਪੁਰਾ ਤੇ ਚੇਤਰਪੁਰਾ। ਚੇਤਰਪੁਰ ਕਾਹਨੂੰ ਆ ਜਿਹੜਾ ਅਜੀਸੀ ਦੇ ਪਿਛਲੇ ਬੰਨੇ ਜਿਹੜਾ ਗੁਰੂ ਨਾਨਕਪੁਰਾ। ਬਸ ਇਹ ਆਬਾਦੀਆਂ ਸੀ। ਮਤਲਬ ਫੈਸਲਾਬਾਦ ਖਾਲੀ ਹੋ ਗਿਆ। ਖਾਲੀ ਸੀ। ਆ ਜਿਹੜਾ ਗੁਲਾਮ ਅਹਿਮਦਾਬਾਦ ਜੀ, ਇੱਥੇ ਰੇਤ ਦੇ ਟਿੱਬੇ ਸਨ। ਅੱਛਾ। ਇਹਨਾਂ ਦੇ ਵਿੱਚੋਂ ਦੀ ਅਸੀਂ ਗੁਜ਼ਰ ਕੇ ਜਾਂਦੇ ਰਹੇ। ਯਾਨੀ ਇਹ ਉਧਰੋਂ ਗੁਜਰ ਬਸਤੀ ਸੀ, ਅਮੀਪੁਰ ਬਾਜ਼ਾਰ ਤੋਂ ਲੈ ਕੇ ਤੇ ਸਿਰਫ ਆਹ ਕਾਲਜ ਹੁੰਦਾ ਸੀ, ਜ਼ਰਾਇਤੀ ਕਾਲਜ ਇਹਨੂੰ ਕਹਿੰਦੇ ਸੀ। ਯੂਨੀਵਰਸਿਟੀ 1962 ਚ ਬਣਿਆ। ਸਹੀ। ਤੇ ਇੱਥੋਂ ਤੋੜ ਫਿਰ ਟਿੱਬਿਆਂ ਦੇ ਵਿੱਚ ਪੈਦਲ ਹੀ ਜਿਹੜਾ ਸੀ ਸਫ਼ਰ ਕਰਕੇ ਤੇ ਇੱਥੇ ਜਾਈਦਾ ਸੀ। ਮੈਂ ਤੁਹਾਨੂੰ ਇੱਕ ਵਾਰੀ ਫਿਰ ਤੁਹਾਡੇ ਪਿੰਡ ਲੈ ਕੇ ਜਾਵਾਂਗਾ। ਬਹੁਤ ਸਾਰੇ ਸਵਾਲਾਤ ਸਨ, ਚੂँਕਿ ਮੈਂ ਕਤਾ ਕਲਾਮੀ ਨਹੀਂ ਕਰਨਾ ਚਾਹੁੰਦਾ। ਹੋ ਜਾਣਗੇ ਤੇ ਕੋਈ ਗੱਲ ਨਹੀਂ। ਤੁਸੀਂ ਇਹ ਦੱਸੋ ਕਿ ਜਿਹੜਾ ਤੁਹਾਡਾ ਪਿੰਡ ਸੀ, ਤੁਸੀਂ ਇੱਕ ਨੰਬਰਦਾਰ ਦਾ ਨਾਮ ਲਿਆ ਹਜ਼ਾਰਾ ਸਿੰਘ। ਹਾਂਜੀ। ਹੋਰ ਤੁਹਾਡੇ ਆਲ ਦੁਆਲ ਤੁਹਾਡੇ ਪਿੰਡ ਦੇ ਵਿੱਚ ਕਿਹੜੇ ਨਾਮੀ ਗ੍ਰਾਮੀ ਲੋਕ ਕੌਣ ਰਹਿੰਦੀ ਸੀ? ਮੁਸਲਮਾਨਾਂ ਵਿੱਚੋਂ, ਸਿੱਖਾਂ ਵਿੱਚੋਂ, ਹਿੰਦੂਆਂ ਵਿੱਚੋਂ? ਐਡੇ ਨਾਮੀ ਗ੍ਰਾਮੀ ਸਰੈਣ ਸਿੰਘ ਵੀ ਸੀ। ਸਰੈਣ ਸਿੰਘ ਸੀਗਾ, ਨਰਿੰਦਰ ਸੀ, ਨਰਿੰਦਰ ਸਿੰਘ, ਤੇ ਇੱਕ ਹਜ਼ਾਰਾ ਸਿੰਘ। ਇਹ 3 ਨੰਬਰਦਾਰ ਸੀਗੇ। ਸਾਡੇ ਜਿਹੜੇ ਖੂਹ ਦੇ ਨਾਲ ਹੀ ਖੂਹ ਸੀ ਨਾ, ਸਿੱਖਾਂ ਦੇ ਖੂਹ ਸਨ। ਅੱਛਾ। ਔਰ ਜਗੂਆਂ ਦਾ ਖੂਹ ਸੀ ਸਾਡੇ ਨਾਲ ਹੀ। ਅੱਛਾ। ਉਹਨਾਂ ਦਾ ਸਰੈਣ ਸਿੰਘ ਸੀ ਵੱਡਾ, ਉਹਦਾ ਮੈਨੂੰ ਪਤਾ। ਇੱਕ ਜੈਬਾ ਸੀ, ਉਹਨਾਂ ਮੁੰਡਾ ਜਵਾਰ ਸੀ, ਉਹ ਅਜਾਇਬ ਸਿੰਘ ਹੋਣਾ ਨਾਂ, ਤੇ ਜੈਬਾ ਕਹਿੰਦੇ ਹੋਣੇ ਆ। ਤੇ ਹੁਣ ਸਿੱਖਾਂ ਦੇ ਨਾਲ ਸਾਡੇ ਭਾਈ ਦੇ ਵੱਡੇ ਦੇ ਤਲਕਾਤ ਸਨ। ਸਹੀ। ਭਈ ਸਾਡਾ ਦੱਸਦੇ ਸੀ ਵੀ ਉਧਰੋਂ ਵਾਢੀ ਆ ਗਈ ਤੇ ਸਾਡਾ ਕਬਾਲ ਰਹਿ ਗਿਆ। ਅੱਛਾ। ਕਬਾਲ ਜਿਹੜਾ ਸੀ ਨਾ ਪੀੜਿਆ ਗਿਆ। ਸਹੀ ਹੋ ਗਿਆ। ਤੇ ਲਾਗੇ ਪਠਾਨ ਨੰਗਲ ਦੇ ਸਿੱਖ ਸਨ। ਯਾਨੀ ਭਾਈ ਦੇ ਸਿੱਖਾਂ ਦਾ ਬਹੁਤ ਜ਼ਿਆਦਾ ਤਲਕਾ ਸੀ। ਉਹਨਾਂ ਦਿਨੇ ਸਿੱਖਾਂ ਨੇ ਵਾਢੀ ਕਰਨੀ ਆਪਣੀ, ਤੇ ਰਾਤ ਸਾਡਾ ਜਿਹੜਾ ਸੀ ਵੇਲਣਾ। 13 ਦਿਨ ਤੇ 13 ਰਾਤਾਂ ਭਾਈ ਆਂਦੇ ਸੀ ਵੀ ਵੇਲਣਾ ਵਗਦਾ ਰਿਹਾ ਸੀ। ਤੇ ਉਹਨਾਂ ਦੇ ਦਿਨੇ ਸਿੱਖਾਂ ਨੇ ਆਪਣੀਆਂ ਵਾਢੀਆਂ ਕਰਨੀਆਂ, ਤੇ ਰਾਤ ਨੂੰ ਸਾਡਾ ਜਿਹੜਾ ਸੀ ਕਵਾਦ ਪੀੜਨਾ। ਫਿਰ ਭਾਈ ਦੱਸਦੇ ਵੀ ਉਹਨਾਂ ਦੀਆਂ 13 ਦਿਨ ਜਗਰਾਤਾ ਰਿਹਾ, ਤੇ ਫਿਰ ਉਹਨਾਂ ਦੀ ਅੱਖ ਜਿਹੜੀ ਸੀ ਨਾ, ਉਹ ਮਿੱਟੀ ਨਹੀਂ ਸੀ ਜਾਂਦੀ, ਖੁੱਲੀ ਰਹਿੰਦੀ ਸੀ। 13 ਦਿਨ 13 ਰਾਤਾਂ। ਤੇ ਦੰਤਰਾਮ ਸਨ। ਸਹੀ। ਉਹ ਖੱਤਰੀ ਸਨ, ਉਹ ਵੀ ਭਾਈ ਦੇ ਧਰਮ ਦੇ ਭਰਾ ਹੀ ਬਣੇ ਸਨ। ਦੰਤਰਾਮ? ਉਹ ਨੰਤਰਾਮ ਉਹ ਹਕੀਮ ਸਨ। ਅੱਛਾ। ਉਹਨਾਂ ਦਾ ਜਿਹੜਾ ਵਾਲਦ ਸੀ ਦਾਦਾ, ਬਹੁਤ ਵੱਡਾ ਹਕੀਮ ਸੀ, ਤੇ ਉਹ ਇਹਦੇ ਭਾਈ ਬਣੇ ਸੀ। ਉਹਨਾਂ ਨੇ ਫਿਰ ਇੱਥੋਂ ਉਹਨਾਂ ਨੇ ਦਵਾਈਆਂ ਦੇ ਕੇ ਤੇ ਫਿਰ ਇਹਦੀ ਅਸੀਂ ਜਿਹੜੇ ਮਕਾਨ ਨਵੇਂ ਬਣਾਏ ਨਾ ਪਿੰਡ ਸੋਈਆਂ 'ਚ, ਉਹ ਪਾਰਟੀਸ਼ਨ ਤੋਂ ਸਿਰਫ 2 ਸਾਲ ਪਹਿਲੇ। ਅੱਛਾ। ਉਹ ਆਂਦੇ ਹੀ ਨਾ ਬਣਾਓ, ਤੁਸੀਂ ਨਹੀਂ ਇੱਥੇ ਰਹਿਣਾ। ਨੰਤਰਾਮ ਨੇ ਕਿਹਾ? ਉਹ ਆਂਦੇ ਸੀ ਨਾ ਬਣਾਓ। ਅੱਛਾ। ਤੇ ਇੱਥੇ ਤੂੰ ਸਾਰੇ ਹੀ ਰਹਿਣਾ। ਆਂਦੇ ਵੀ ਇਹ ਤਾਂ ਅੱਜ ਤੱਕ ਹੋਇਆ ਹੀ ਕਦੀ ਨਹੀਂ, ਜਿਹੜਾ ਸਾਡੀਆਂ ਜ਼ਮੀਨ 'ਚ ਅਸਾਂ ਕਿਉਂ ਨਹੀਂ ਰਹਿਣਾ। ਤੋਂ ਬਣਾ ਦਿੱਤੇ ਸੀ ਉੱਥੇ। ਤੇ ਬਾਹਰ ਸਿੱਖਾਂ ਨਾਲ ਬਹੁਤ ਜ਼ਿਆਦਾ, ਕਿਉਂਕਿ ਪੀਰਾਂ ਨੂੰ ਪਤਾ ਸੀ। ਤੇ ਵਾਲਦ ਸਾਹਿਬ ਨੂੰ ਉਹਨਾਂ ਟਰੱਕ ਤੋਂ ਚਰਦਿਆ ਉਤਾਰ ਦਿੱਤਾ।
ਕਿ ਸਾਡੇ ਬਹੁਤ ਤਲਕਾਤ ਹੈ ਸਿੱਖਾਂ ਦਾ, ਅੱਛਾ। ਹੋ ਸਕਦਾ ਚੁਧਰਾਣੀ ਜਿਹੜੀ ਆ ਉਹ ਜੀਦੀ ਹੋਵੇ। ਹੂੰ ਮੁਬਾਰਕਾਂ ਪਰ ਔਰ ਉਹ ਹਾਲ ਸੁਣ ਲਓ ਕਿ ਉਹਨਾਂ ਸਾਡੀ ਵਸ਼ੀਰਾ ਪਾਰਟੀਸ਼ਨ ਤੋਂ ਪਹਿਲੇ ਭੋਜੀਆ ਹੈ ਪੁਲ 45 ਦੇ ਲਾਗੇ ਸਮੁੰਦਰੀ ਦੇ ਵਿੱਚ, ਹਾਂਜੀ ਉੱਥੇ ਪਾਰਟੀਸ਼ਨ ਤੋਂ ਪਹਿਲੇ ਸ਼ਾਦੀशुदा ਸੀ। ਤੋਂ ਵਾਲਦਾ ਪਾਰਟੀਸ਼ਨ ਤੋਂ ਬਾਅਦ ਇਹ ਉੱਥੇ ਆਏ ਤੇ ਗੋਜਰੇ ਹਸਪਤਾਲ ਦਾਖਲ ਕਰਾਇਆ ਤੇ ਇੱਥੇ ਕੋਈ ਦਵਾਈ ਨਹੀਂ ਸੀ, ਕੋਈ ਸ਼ਾਇ ਨਹੀਂ ਸੀ। ਉਹ ਲੱਤ ਜਿਹੜੀ ਸੀ ਉਹ ਸਾਰੀ ਜਿਹੜੀ ਸੀ ਉਹ ਕੈਂਸਰ ਗਈ, ਐਡੀ ਲੱਤ ਹੋ ਗਈ। ਉਹ ਫਿਰ ਇੱਥੇ ਵਾਪਸ ਇੱਥੇ ਟੁੱਟੀਆਂ ਲੈ ਆਂਦਾ ਤੇ ਸਿਰਫ ਨਿੰਮ ਦਾ ਪਾਣੀ, ਨਿੰਮ ਨੂੰ ਰਿੰਨ ਕੇ ਉਹਦੇ ਨਾਲ ਧੋ ਕੇ ਉਹ ਪੱਤੇ ਕੱਟ ਉਹ ਹੀ ਉੱਤੇ ਬੰਨੇ, ਕੋਈ ਉਹਦੇ ਰਹਿੰਦੇ ਉਹ ਠੀਕ ਠਾਕ ਹੋ। 47 ਤੋਂ ਲੈ ਕੇ ਫਿਰ ਉਹਨਾਂ ਦੀ ਫੌਤ ਗਈ 87 ਦੇ ਵਿੱਚ ਤਕਰੀਬਨ ਵਾਲਦਾ ਫੌਤ ਹੋਇਆ। ਅੱਛਾ ਔਰ 76 70 ਦੇ ਵਿੱਚ ਵਾਲਾ ਸਾਹਿਬ ਅੱਛਾ ਅੱਛਾ ਫੌਤ ਹੋਇਆ। ਅੱਛਾ, ਜਿਹੜਾ ਸਿੱਖਾਂ ਦਾ ਹੁਣ ਵੀ ਉਹ ਬੇਟੇ ਨੂੰ ਪਤਾ ਵਾ ਬੜੀ ਕੋਸ਼ਿਸ਼ ਕੀਤੀ ਆ ਕਿ ਪਾਰਟੀਸ਼ਨ ਲਈ ਕਿਤੇ ਪਾਸਪੋਰਟ ਮਿਲ ਜਾ ਤੇ ਆਪਣਾ ਪਿੰਡ ਵੇਖ ਆਈਏ। ਤੇ ਦਿਲ ਦੀ ਜਦੋਂ ਤਮੰਨਾ ਸਾਡੇ ਵਾਲਦਾ ਦੇ ਨਾਨਕੇ ਈਚੋ ਗੇਲਾ ਬਾਰਡਰ ਦੇ ਈਚੋ ਗਿਲ ਬਿਲਕੁਲ ਬਾਰਡਰ ਤੇ ਆ, ਕਿਉਂਕਿ ਮੈਂ ਦੇਖਿਆ ਉਹ ਜਿਹੜੀ ਇੰਡੀਆ ਦੀ ਬਾਰਬਰ ਬਾਇ ਤਾਰ ਨਹੀਂ ਕੱਢਿਆ ਵਾਲੀ, ਉਹ ਕੱਢਿਆ ਵਾਲੀ ਤਾਰ ਅੱਛਾ ਤਾਰ ਦੀ ਉਹ ਵੀ ਮੈਂ ਉੱਥੇ ਲਾਲ ਸ਼ਾਹ ਦਰਬਾਰ ਆ ਉੱਥੇ ਗਏ। ਅੱਛਾ। ਉਹ ਜਦੋਂ ਉਰਸ ਲੱਗਦਾ ਸਿੱਖ ਵੀ ਉਧਰੋਂ ਆ ਜਾਂਦੇ ਆ, ਸਾਂਝਾ ਪੀਰ ਜਿਹਨੂੰ ਕਹਿੰਦੇ ਆ। ਹਾਂਜੀ। ਸਾਂਝਾ ਪੀਰ ਜਿਹਨੂੰ ਕਹਿੰਦੇ ਸਾਂਝਾ ਪੀਰ। ਔਰ ਪਰਲੀ ਸਾਈਡ ਦੇ ਉੱਤੇ ਉਹ ਲੋਹੇ ਦੀ ਲੱਗੀ ਆ ਹਾਂਜੀ ਗ੍ਰਿਲ ਤੇ ਉਹ ਵਿੱਚ ਦਰਵਾਜ਼ੇ ਵੀ ਰੱਖੇ ਆ। ਉਹ ਸਿੱਖ ਮੈਂ ਵੇਖਿਆ ਇੱਧਰ ਧੜਾ ਸੀ, ਇੱਧਰੋਂ ਤੂੜੀ ਪਾ ਕੇ ਤੇ ਉਹ ਲਈ ਜਾਂਦਾ ਸੀ। ਅੱਛਾ ਪਰ ਕਿ ਮੈਂ ਦਿਲ ਦੀ ਗੱਲ ਦੱਸਾਂ, ਜਦੋਂ ਉੱਥੇ ਜਾਂਦੇ ਆ ਨਾ ਤੇ ਉਧਰ ਦਾ ਆਸਮਾਨ ਵੀ ਸਾਨੂੰ ਬਹੁਤ ਪਿਆਰਾ ਲੱਗਦਾ। ਆਏ ਹਾਏ ਹਾਏ ਖੁਦਾ ਦੀ ਕਸਮ। ਔਰ ਹੁਣ ਵੀ ਹਾਲ ਵੇਖੋ ਨਾ ਵੀ ਹੁਣ 72 73 ਸਾਲ ਹੋ ਗਿਆ ਆਇਆ ਨਹੀਂ, ਲੇਕਿਨ ਅਜੇ ਵੀ ਨਾ ਉਹ ਇਲਾਕਾ ਆਸਮਾਨ ਵੀ ਪਿਆਰਾ। ਹੁਣ ਤੁਹਾਨੂੰ ਵੀ ਪਤਾ ਵੀ ਇਹ ਸਿੱਖਾਂ ਦਾ ਤੇ ਮੁਸਲਮਾਨਾਂ ਦਾ, ਮੈਂ ਕਹਿੰਦਾ ਇਹ ਹਾਲ ਸੀ। ਦੇਖ ਲਓ ਧਰਮ ਦੇ ਭਰਾ ਬਣੇ, ਇੱਕ ਮੁਸਲਮਾਨ ਦੂਜਾ ਸਰਦਾਰ, ਧਰਮ ਦੇ ਭਰਾ ਬਣੇ, ਧਰਮ ਦੇ ਬੜੇ ਭਰਾ। ਤੇ ਹਾਲਤ ਇਹ ਕਿ ਸਾਰੀ ਦੁਨੀਆ ਚਲੀ ਗਈ ਹੈ ਤੇ ਵਾਲਦਾ ਨੂੰ ਉੱਥੋਂ ਲਿਜਾ ਕੇ ਹਸਪਤਾਲ ਦਾਖਲ ਕਰਾ ਕੇ ਤੇ ਦੋਨੋਂ ਟਾਈਮ ਦੁੱਧ ਤੇ ਰੋਟੀ ਉੱਥੇ ਪਹੁੰਚਾਣੀ, ਫਿਰ ਸਾਈ ਨੂੰ ਉੱਥੇ ਭੇਜਣਾ ਕੈਂਪ 'ਚ। ਤੇ ਯਾਰ ਇਹ ਹਾਲ ਉਹਨਾਂ ਦੇ ਪਾਰਟੀਸ਼ਨ ਤੋਂ ਬਾਅਦ ਵੀ ਉੱਥੋਂ ਪੂਰਨ ਸਿੰਘ ਸੀ ਬੜੇ ਪਤਾ ਨਹੀਂ ਇੱਥੇ ਆਇਆ ਸੀ। ਅੱਛਾ, ਜੇ ਸੋਈਆਂ ਕਲਾਂ ਦਾ ਕੋਈ ਬੰਦਾ ਜਾਣਨਾ ਚਾਹਵੇ ਕਿ ਤੁਹਾਡਾ ਜਿਹੜਾ ਤੁਹਾਡਾ ਪਿੰਡ ਸੀ ਉਹਦੇ ਬਾਰੇ ਕੋਈ ਜਾਣਨਾ ਚਾਹਵੇ ਕਿ ਤੁਹਾਡਾ ਘਰ ਕਿੱਥੇ ਕਰਕੇ ਸੀ ਤੇ ਕਿੱਦਾਂ ਤੁਹਾਨੂੰ ਸਾਨੂੰ ਸਮਝਾਓਗੇ ਕਿ ਤੁਹਾਡਾ ਘਰ ਫਲਾਣੀ ਜਗ੍ਹਾ 'ਚ ਸੀ? ਸਾਡਾ ਘਰ ਇਹ ਸੀ ਕਿ ਜਿਹੜਾ ਸੋਈਆਂ ਮੈਂ ਦੱਸਿਆ ਵੀ ਬਹੁਤ ਬੜਾ ਪਿੰਡ ਸੀ। ਜੀ ਜੀ ਬਿਲਕੁਲ। ਤੇ ਸਾਡਾ ਘਰ ਜਿਹੜਾ ਇਹ ਮਗਰਬ ਦੀ ਸਾਈਡ, ਮਗਰਬ ਦੀ ਲਹਿੰਦੇ ਪਾਸੇ ਸੀ ਪਿੰਡ, ਲਹਿੰਦੇ ਪਾਸੇ। ਅਗਰ ਲੇਕਿਨ ਨਾਲ ਹੀ ਸਾਡੇ ਘਰ ਦੇ ਪਹਿਲੇ ਬੱਲੇ ਬਾਈ ਧੰਨੇ ਸੀ, ਉਹ ਵੀ ਸਿੱਖ ਹੀ ਸਨ। ਅੱਛਾ। ਔਰ ਬਾਬੀ ਵਾਲਾ ਉਹਨਾਂ ਦਾ ਖੂਹ ਸੀ, ਉਸੇ ਦੇ ਨਾਂ ਸੀ। ਉਹ ਸਾਡੀਆਂ ਛੱਤਾਂ ਤੋਂ ਉਹਨਾਂ ਦੀਆਂ ਛੱਤਾਂ ਸਾਂਝੀਆਂ ਹੀ ਸਨ। ਤੇ ਗਰਮੀਆਂ ਨੂੰ ਉੱਤੇ ਮੰਜੀਆਂ ਹੋਣੀਆਂ ਤੇ ਉੱਤੇ ਆਪਣਾ ਤੇ ਉਹ ਸਾਡਾ ਇਸ ਬਰੇ ਘਰ ਸੀ, ਇਸ ਬਰੇ ਮੁਸਲਮਾਨਾਂ ਦੇ ਘਰ ਸਨ, ਲੇਕਿਨ ਇਹ ਸ਼ਮਾਲ ਦੀ ਤਰਫ ਨਾਲ ਹੀ ਸਿੱਖਾਂ ਦੇ ਵੀ ਘਰ ਸੀ। ਅੱਛਾ, ਤੁਹਾਨੂੰ ਅੱਜ 73 ਵਰਿਆਂ ਬਾਅਦ, ਵੈਸੇ ਤਾਂ ਮੈਂ ਸਾਰਾ ਕੁਝ ਤੁਹਾਡੇ ਤੋਂ ਵੇਖ ਲਿਆ, ਨਕਸ਼ਾ ਅੱਖਾਂ ਦੇ ਸਾਹਮਣੇ ਆ, ਸਾਰਾ ਅੱਖਾਂ ਦੇ ਸਾਹਮਣੇ ਇਸ ਵੇਲੇ ਯਾਦ ਆ ਜਾਂਦਾ ਸਾਰਾ ਕੁਝ ਹੈ, ਪੂਰਾ ਇਸ ਵੇਲੇ ਨਕਸ਼ਾ ਮੇਰੇ ਸਾਹਮਣੇ ਆ। ਦਿਲ ਕਰਦਾ ਜਾਣ ਨੂੰ? ਥੋੜਾ ਜਿਹਾ ਨਹੀਂ ਕਰਦਾ। ਇਹਦੇ ਬੇਟੇ ਨੂੰ ਕਿਹਾ ਸੀ ਕਿ ਇੱਥੇ ਆਉਂਦੇ ਰਹਿੰਦੇ ਨੇ ਸਿੱਖ ਵੀ, ਤੇ ਉਹ ਪੁਰਾਣਿਆਂ ਬੰਦਿਆਂ 'ਚ ਤਾਂ ਕੋਈ ਰਿਹਾ ਨਹੀਂ ਹੋਣਾ, ਤੇ ਜੇ ਕੋਈ ਰਿਹਾ ਹੋ ਤਾਂ ਉਹਨਾਂ ਨੂੰ ਬੜੀ ਸਾਡੇ ਘਰ ਦਾ ਖਾਸ ਉਹਨਾਂ ਨੂੰ ਮੁਹੱਬਤ ਵੀ ਸੀ, ਸਾਨੂੰ ਉਹਨਾਂ ਦਾ ਮੁਹੱਬਤ ਸੀ ਤੇ ਬਹੁਤ ਜ਼ਿਆਦਾ। ਖੂਹ ਵੀ ਸਾਡੇ ਲਾਗੇ ਹੀ ਸਨ। ਹੁਣ ਘਰੋਂ ਚੱਲ ਪਈਏ, ਪਹਿਲਾ ਖੂਹ ਤਾਰੇ ਵਾਲਾ ਸੀ। ਅੱਛਾ। ਉਹ ਵੀ ਸਿੱਖਾਂ ਦਾ ਖੂਹ ਸੀ। ਅਗਲਾ ਖੂਹ ਚੰਗੜਾ ਵਾਲਾ ਸੀ। ਉਦੋਂ ਅਗਲਾ ਬਾਗ ਵਾਲਾ ਸੀ। ਅੱਛਾ। ਉਦੋਂ ਅਗਲਾ ਖੂਹ ਜਿਹੜਾ ਸੀ ਸਾਡਾ ਦੁਆਟਾ ਸੀ। ਦੁਆਟਾ ਤੇ ਦੁਆਟਾ ਖੂਹ ਜਿਹੜਾ ਸੀ ਉਹਦੇ ਕੋਨਿਆਂ ਵਾਲਾ ਵੀ ਸੀ, ਇਧਰ ਗੋਰੇ ਵਾਲਾ ਵੀ ਸੀ, ਸਿੱਖਾਂ ਦਾ ਸੀ। ਜੱਗੂਆਂ ਦਾ ਸੀ, ਉਹ ਵੀ ਸਿੱਖਾਂ ਦਾ ਸੀ। ਨਾਲ ਸਾਡੇ ਉਹ ਫਾਦਰ ਸ਼ਾਹ ਦੀ ਜਾਂਦੀ ਸੀ ਛੋਟੀ ਜਿਹੀ ਨਹਿਰ, ਜੋ ਇੱਥੇ ਸ਼ਾਇਦ ਲਾਹੌਰ ਆਣ ਕੇ ਤੇ ਖਤਮ ਹੋ ਜਾਂਦੀ। ਜੇ ਦਿਲ ਦੀ ਗੱਲ ਪੁੱਛਦੇ, ਮੈਂ ਕਹਿੰਦਾ ਕਿ ਇਹ ਜਿਹੜੀ ਪਾਰਟੀਸ਼ਨ ਹੋਈ ਹੈ ਨਾ, ਇਹ ਬੜਾ ਗਲਤ ਹੋਇਆ। ਇਕੱਠੇ ਰਹਿੰਦੇ ਸੀ ਤੇ ਇੱਕ ਦੂਜੇ ਸਿੱਖਾਂ ਨੂੰ ਆਪਣੇ ਮਜ਼ਹਬ ਦਾ, ਖੱਤਰੀਆਂ ਨੂੰ ਆਪਣੇ ਮਜ਼ਹਬ ਦਾ ਪਾਸ ਸੀ, ਮੁਸਲਮਾਨਾਂ ਨੂੰ ਆਪਣੇ ਮਜ਼ਹਬ ਦਾ ਪਾਸ ਸੀ, ਤੇ ਬਹੁਤ ਪਾਕ ਲੋਕ ਸਨ, ਪਾਕੀਜ਼ਾ ਲੋਕ ਸਨ। ਹੁਣ ਤੇ ਮੇਰਾ ਗੰਦ
ਗੱਦ ਹੋ ਗਿਆ, ਕੁਛ ਨਹੀਂ ਰਹਿ ਗਿਆ, ਨਾ ਕੁਝ ਹਮਦਰਦੀ। ਜਿੱਦਾਂ ਤੁਸੀਂ ਦੱਸਿਆ ਹਾਂ। ਸਾਰਾ ਕੁਝ ਪਹਿਲੇ ਠੀਕ ਠਾਕ ਸੀ, ਠੀਕ ਠਾਕ ਤੇ ਫਿਰ ਅਚਾਨਕ ਇਤਨੀ ਕਤਲੋ ਉਹ ਹਾਲਤ। ਜਿਹਾ ਹੁਣ ਹੈ ਹੀ ਨਹੀਂ ਕਿ ਪਤਾ ਨਹੀਂ ਵਕਤ ਆਉਣਾ ਹੀ ਨਹੀਂ। ਜਿਹੜਾ ਉਹ ਸੁਹਾਨਾ ਔਰ ਜਿਹੜਾ ਸੁਹੇਨ ਵਕਤ ਸੀ ਤੇ ਅਮਨ ਦਾ ਵਕਤ ਸੀ, ਬਹੁਤ ਬੜਾ। ਸਹੀ। ਵੈਸੇ ਤੁਹਾਨੂੰ ਤੁਹਾਡੇ ਪਿੰਡ ਤੇ ਕੋਈ ਹਮਲਾ ਤਾਂ ਨਹੀਂ ਹੋਇਆ ਸੀ ਕਿ ਹਮਲਾ ਹੋਇਆ ਸੀ ਤੁਹਾਡੇ ਪਿੰਡ ਤੇ? ਪਿੰਡ ਦੇ ਵਿੱਚ ਉਹ ਆਖਰੀ ਦਿਨ ਉਹ ਜਿਹੜਾ ਬਾਹਰ ਤੋਂ ਮੈਂ ਦੱਸਿਆ ਵੀ ਬਾਲਦਾਰ ਨੂੰ ਵੀ ਗੋਲੀ ਲੱਗੀ, ਬਾਹਰ ਤੇ ਸਿੱਖ ਸਾਰਾ ਹੈ। ਅੱਛਾ। ਬਾਅਦ 'ਚ ਫਿਰ ਸਮਝੌਤਾ ਵੀ ਹੋਇਆ ਕਿਤੇ ਵੀ ਉਹਨਾਂ ਨੂੰ ਬਾਹਰ ਦੇ ਨੂੰ ਮਨਾ ਵੀ ਕੀਤਾ, ਉਹ ਤੇ ਮੁੜ ਕੇ ਨਹੀਂ ਹੋਇਆ, ਉਹ ਪਹਿਲਾਂ ਹੀ ਸੀ ਜਦੋਂ ਨਿਕਲ ਲੱਗੇ। ਅੱਛਾ, ਹੁਣ ਤੁਸੀਂ ਅਗਰ ਉੱਥੇ ਕੋਈ ਸੁਨੇਹਾ ਭੇਜਣਾ ਚਾਹੁੰਦੇ ਹੋ ਆਪਣੇ ਪਿੰਡ, ਜਿਹੜਾ ਅਸੀਂ ਤੋੜ ਪਹੁੰਚਾ ਸਕੀਏ ਵੀਡੀਓ ਰਾਹੀਂ, ਕੀ ਸੁਨੇਹਾ ਦੇਣਾ ਉਹ ਹਜ਼ਾਰਾ ਸਿੰਘ ਨੂੰ? ਚਲੋ ਆਪ ਨਹੀਂ ਵੀ ਉਹ ਹੋਏਗਾ। ਹਜ਼ਾਰਾ ਸਿੰਘ ਦਾ ਜਿਹੜਾ ਭਤੀਜਾ ਸੀ ਗੁਲਜ਼ਾਰੀ ਸੀ, ਪਤਾ ਨਹੀਂ ਉਹ ਵੀ ਹੈਗਾ ਕਿ ਨਹੀਂ ਹੈਗਾ। ਤੇ ਇੱਕ ਹੈਗਾ ਸੀ ਦਿਆਲ ਸਿੰਘ ਸੀ, ਦਿਆਲ ਸਿੰਘ ਇੱਕ ਸਾਧੂ ਸੀ, ਉਹ ਵੀ ਸਾਧੂ ਕੱਕੜ ਸੀ ਉਹਨੂੰ ਕਹਿੰਦੇ। ਤੋ ਉਹ ਵੀ ਉਦੋਂ ਹੀ ਅਗਰ ਸਿੱਧਾ ਹੀ ਫੌਤ ਹੋ ਗਿਆ, ਉਹਨੇ ਸਾਰੇ ਹੀ। ਅੱਛਾ। ਹੁਣ ਕਿੰਨੂੰ ਪੈਗਾਮ ਕਾਹਦਾ ਦੇਈਏ? ਕੋਈ ਸੁਨੇਹਾ, ਕੋਈ ਸਲਾਮ ਦੁਆ ਜਿਹੜੇ ਤੁਹਾਡੇ ਪਿੰਡ ਵਾਸੀਆਂ ਨੂੰ ਧਰਤੀ ਤੇ ਮੈਂ ਕਹਿੰਦਾ ਮੈਂ ਸਾਰਿਆਂ ਸੂਈਆਂ ਕਲਾਂ ਵਾਲਿਆਂ ਨੂੰ, ਸਾਰਿਆਂ ਨੂੰ ਬਹੁਤ ਬਹੁਤ ਸਲਾਮ, ਸਾਰੇ ਸੂਈ ਕਲਾਂ ਵਾਲਿਆਂ ਨੂੰ ਤੁਹਾਡਾ ਸਲਾਮ ਪਹੁੰਚਾ ਦੇ, ਸਲਾਮ ਪਹੁੰਚਾਉਣਾ। ਤੇ ਕਹਿੰਦਾ ਵੀ ਆਪਣੇ ਦਾ ਸਲੂਕ, ਇਤਫਾਕ, ਮੁਹੱਬਤ ਦਾ ਇਸ ਪਿੰਡ ਦੀ ਜਿਹੜੀ ਪਿਛਲੀ ਰਵਾਇਤ ਸੀ ਕਦੀਮ ਸਿੱਖਾਂ ਤੇ ਮੁਸਲਮਾਨਾਂ ਦੇ, ਤੇ ਅੱਲਾਹ ਤਾਲਾ ਕਿਤੇ ਐਸੀ ਸੂਰਤ ਬਣਾਏ ਕਿ ਮੁੜ ਕੇ ਉਸੇ ਤਰ੍ਹਾਂ ਹੀ ਹੋ ਜਾਏ। ਕੀ ਬਾਤ ਹੈ ਬਜ਼ੁਰਗੋ। ਯਾਨੀ ਜਿਹੜੀ ਤੇਰੀ ਗਾਜ ਹੈ ਨਾ ਮਰਨ ਤੋਂ ਪਹਿਲੇ, ਉਹ ਇਹ ਸੀ ਵੀ ਸੋਈਆਂ ਇੱਕ ਵਾਰੀ ਲੈ ਵੇਖ। ਹਾਂ, ਕੀ ਬਾਤ ਹੈ। ਪਾਸਪੋਰਟ ਵੀ ਆਸਾਨੀ ਨਾਲ ਬਣ ਜਾਏ ਅੱਗੋਂ ਅੱਗੇ। ਮੈਂ ਬਜ਼ੁਰਗ, ਅੱਛਾ, ਮੇਰਾ ਬੇਟਾ ਇਹ ਤੋਂ ਛੋਟਾ ਮੇਜਰ ਆ ਪਾਕਿਸਤਾਨ ਆਰਮੀ 'ਚ। ਅੱਛਾ, ਜ਼ਬਰਦਸਤ। ਉਹ ਅੱਜ ਕੱਲ੍ਹ ਖਬਰ ਪਖਤੂਨਖਵਾ ਉੱਥੋਂ ਉਹਦੀ ਪੋਸਟਿੰਗ ਅੱਜ ਕੱਲ੍ਹ ਉਕਾੜੇ ਹੋ ਰਹੀ ਹੈ। ਕੀ ਬਾਤ। ਉਹਦੇ ਨਾਲ ਹੀ ਸਿੱਖ ਜਿਹੜਾ ਸੀ ਨਾ, ਉਹ ਵੀ ਸੈਕੰਡ ਲੈਫਟੀਨੈਂਟ ਸਿਲੈਕਟ ਹੋਇਆ ਸੀ। ਹੁਣ ਤੁਹਾਡੀ ਵੀ ਗੱਲ ਦੱਸਾਂ ਦੀਨ ਦੀ। ਅੱਛਾ, ਉਹ ਵੀ ਮੇਰਾ ਭਰਾ ਹੀ ਹੈ, ਮੇਜਰ ਹਰਚਰਨ। ਹਾਂ, ਮੇਜਰ ਹਰਚਰਨ ਸਿੰਘ। ਆਹੋ, ਭਰਾ ਤੁਹਾਡਾ? ਹਾਂਜੀ। ਉਹ ਬੇਟੇ ਨਾਲ ਹੀ ਉਹਨੇ ਟ੍ਰੇਨਿੰਗ ਕੀਤੀ ਸਾਰੀ। ਕੀ ਬਾਤ। ਉਹ ਕਹਿੰਦਾ ਵੀ ਜਦੋਂ ਉੱਥੇ ਨਾ ਟ੍ਰੇਨਿੰਗ ਤੇ ਉਹਨਾਂ ਕਿਹਾ ਵੀ ਆਪਣਾ ਕੜਾ ਤੇ ਕੋਈ ਕਿਰਪਾਨ ਨਹੀਂ ਤੁਸੀਂ ਪਾਈ? ਕਿਰਪਾਨ ਪਾਈ ਹੈ। ਪਾਈ ਹੈ ਕਿਰਪਾਨ ਤੇ ਕਵਾ ਕੜਾ ਹੁੰਦਾ ਸੀ। ਹਾਂਜੀ ਹਾਂਜੀ, ਦਸਤਾਰ। ਤੇ ਕੋ ਗਾਤਰਾ, ਇੱਥੇ ਗਾਤਰਾ 5 ਉਹਨਾਂ ਆਖਿਆ ਮੈਂ ਆ ਕੜਾ ਦੇ, ਉਹਨਾਂ ਆਖਿਆ ਮੇਰੇ ਭਾਵੇਂ ਕਮਿਸ਼ਨ ਕੈਂਸਲ ਕਰ ਦਿਓ, ਇਹ ਕੜਾ ਮੈਂ ਨਹੀਂ ਲਾਉਣਾ। ਕੀ ਬਾਤ। ਤੇ ਫਿਰ ਕਮਿਸ਼ਨ ਕਿਉਂ ਕਰਨਾ ਸੀ? ਇੱਕ ਮੁੰਡਾ ਤੁਹਾਡਾ ASI ਹੈ? ਹਾਂਜੀ, ਇਹ ਮੁੰਡਾ ਤੁਹਾਡਾ ASI ਹੈ ਜਿਹੜਾ ਬੈਠਾ? ASI, ਇਹ ਡਾਇਰੈਕਟਿਵ ਪਬਲਿਕ ਸਰਵਿਸ ਦੇ ਥਰੂ ASI ਹੋਇਆ। ਇੱਕ ਤੁਹਾਡਾ ਮੇਜਰ ਹੈ, ਦੂਸਰਾ ਸੀਨੀਅਰ ਜਿਹੜਾ ਇਸ ਤੋਂ ਬੜਾ ਉਹ ਸੀਨੀਅਰ ਕਲਰਕ ਹੈ, ਫਲਿਕ ਸ਼ੇਰ ਉਹਦਾ ਨਾਮ। ਅੱਛਾ। ਅਯੂਬ ਰਿਸਰਚ, ਉਹ ਸਰਕਾਰੀ ਘਰ ਹੀ ਆ ਉੱਥੇ ਵੀ ਸਾਡੇ ਕੋਲ। ਅੱਛਾ। ਉਹਦੇ ਨਾਂ ਤੇ ਕਰਵਾਇਆ। ਤੇ ਹੋਰ ਉਹ ਤੋਂ ਚੌਥਾ ਜਿਹੜਾ ਉਹਨੇ MSc ਆਨਰਸ ਕੀਤੀ ਹੈ ਜ਼ਰੀ ਯੂਨੀਵਰਸਿਟੀ ਚੋਂ, ਯਾਨੀ MPhil ਉਹਨੂੰ ਸਮਝ। ਅੱਛਾ, ਹਜੇ ਕਰ ਰਿਹਾ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਲਓ ਜੀ, ਇਹ ਬਜ਼ੁਰਗ ਤੁਹਾਡੇ ਸਾਹਮਣੇ ਨੇ, ਜੋ ਸਾਰਾ ਕੁਝ ਇਹਨਾਂ ਨੇ ਵੇਖਿਆ। ਇਹਨਾਂ ਨੇ ਬੜੇ ਖੂਬਸੂਰਤ ਲਫ਼ਜ਼ਾਂ ਦੇ ਵਿੱਚ, ਸਾਦਾ ਲਫ਼ਜ਼ਾਂ ਦੇ ਵਿੱਚ ਇਹਨਾਂ ਨੇ ਬਿਆਨ ਕੀਤਾ। ਔਰ ਤੁਸੀਂ ਵੇਖੋ, ਇਹ ਖੁਦ ਜਿਹੜੇ ਨੇ ਇੱਕ ਦਰਬਾਰ ਦੇ ਗੱਦੀ ਨਸ਼ੀਨ ਵੀ ਹੈਗੇ ਨੇ, ਔਰ ਇਹਦੇ ਨਾਲ 17ਵੇਂ ਗ੍ਰੇਡ ਦੇ ਆਫੀਸਰ ਰਿਟਾਇਰ ਹੋਏ ਨੇ, ਐਪਕਾ ਦੇ ਹੈੱਡ ਸੀਗੇ। ਇਹਨਾਂ ਦੇ ਬੱਚੇ, ਸਾਰੇ ਬੱਚੇ ਵਧੀਆ ਪੋਸਟ 'ਤੇ ਇਸ ਵਾਰੇ ਬਿਰਾਜਮਾਨ ਨੇ। ਲੇਕਿਨ ਫਿਰ ਵੀ ਤੁਸੀਂ ਵੇਖੋ, ਦੋਨੋਂ ਬੇਟੀਆਂ, ਉਹ ਵੀ ਮਾਸਟਰ ਡਿਗਰੀ ਹੋਲਡਰ ਹੈ। ਵੱਡੀ ਬੇਟੀ ਉਹ ਡਬਲ ਮਾਸਟਰ ਹੋਲਡਰ ਹੈ, ਉਹਦਾ ਖਾਵੰਦ ਇੱਥੇ ਐਡਵੋਕੇਟ ਹੈ, ਇੱਥੇ ਆ ਲਾਗੇ ਜਗਤਪੁਰ ਪਿੰਡ ਆ ਸਤਿਆੜੇ। ਜੀ ਬਿਲਕੁਲ। ਤੇ ਦੂਸਰੀ ਬੇਟੀ ਆ ਉਹਨੇ BA B.Ed ਤੇ MA ਉਰਦੂ ਸੈਕੰਡ ਡਿਵੀਜ਼ਨ ਚ ਕੀਤਾ। ਉਹਦੇ ਗੈਰ ਸ਼ਾਦੀ। ਕੀ ਬਾਤ ਹੈ, ਕੀ ਬਾਤ। ਸਾਰਾ ਖਾਨਦਾਨ ਜਿਹੜਾ ਗ੍ਰੈਜੂਏਟ ਹੀ ਆ, ਮਾਸਟਰ ਡਿਗਰੀ ਹੋ ਗਈ। ਜ਼ਬਰਦਸਤ। ਇਹ ਅੱਲਾਹ ਤਾਲਾ ਦਾ। ਤੇ ਵੇਖੋ ਬਜ਼ੁਰਗਾਂ ਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਇਹਨਾਂ ਦੀ ਦਿਲ ਦੀ ਇੱਕ ਤਮੰਨਾ, ਇੱਕ ਖੁਆਇਸ਼ ਹੈ। ਆਪਣੇ ਪਿੰਡ ਬਾਰੇ ਦੱਸ ਰਹੇ ਸੀ ਕਿ ਈਚੋਗਿਲ ਇੱਕ ਪਿੰਡ ਪੈਂਦਾ ਹੈ ਬਿਲਕੁਲ ਬਾਰਡਰ ਦੇ ਉੱਪਰ, ਤੇ ਉਹ ਕਹਿੰਦੇ ਸੀ ਕਿ ਮੈਂ ਉੱਥੇ ਗਿਆ ਤੇ ਮੈਨੂੰ ਉੱਥੇ ਦਾ ਆਸਮਾਨ ਜਿਹੜਾ ਹੈ ਉਹ ਚੰਗਾ ਲੱਗ ਰਿਹਾ ਸੀ। ਤੇ ਇਹ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਦਿਲ ਦੇ ਵਿੱਚ ਇਹਨਾਂ ਦੀ ਕਿੰਨੀ ਕੁ ਤਾਂਘ ਹੋਣੀ ਆਪਣਾ ਪਿੰਡ ਵੇਖਣ ਦੀ। ਇਹਨਾਂ ਨੇ ਸੁਨੇਹਾ ਵੀ ਆਪਣੇ ਪਿੰਡ ਵਾਸੀਆਂ ਨੂੰ ਸਲਾਮ ਦੁਆ ਵੀ ਦਿੱਤੀ ਹੈ। ਹੋਪਫੁਲੀ ਉੱਥੋਂ ਵੀ ਪਿਆਰ ਭਰਿਆ ਸੁਨੇਹਾ ਇਹਨਾਂ ਵਾਸਤੇ ਆਏਗਾ, ਔਰ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੇ ਜਿਹੜੇ ਕੁਝ ਕੁ ਸਾਡੇ ਕੋਲ ਬਜ਼ੁਰਗ ਰਹਿ ਚੁੱਕੇ ਨੇ, ਕਿਉਂਕਿ 1 ਕਰੋੜ ਲੋਕਾਂ ਦੀ ਹਿਜਰਤ ਹੋਈ ਔਰ 10 ਲੱਖ ਲੋਕ ਮਾਰੇ ਰਹੇ। 90 ਲੱਖ ਲੋਕਾਂ ਦੇ ਵਿੱਚ ਜੋ ਉਸ ਵੇਲੇ ਹਿਜਰਤ ਜਿਨ੍ਹਾਂ ਦੀ ਹੋਈ, ਉਹਨਾਂ 90 ਲੱਖ ਲੋਕਾਂ ਦੇ ਵਿੱਚ ਹੁਣ
ਹਜ਼ਾਰਾਂ ਦੀ ਗਿਣਤੀ ਸਾਡੇ ਕੋਲ ਰਹਿ ਗਈ ਹੈ। ਸਾਨੂੰ ਪਿੰਡਾਂ ਦੇ ਵਿੱਚ 2-4 ਬਜ਼ੁਰਗ ਮਿਲਦੇ ਨੇ, ਸ਼ਹਿਰਾਂ ਦੇ ਵਿੱਚ ਪਤਾ ਤੱਕ ਨਹੀਂ ਹੁੰਦਾ, ਲੱਖਾਂ ਦੀ ਗਿਣਤੀ ਹੈ। ਫੈਸਲਾਬਾਦ ਸ਼ਹਿਰ ਦੀ 30 ਲੱਖ ਦੇ ਕਰੀਬ ਇਹਦੀ ਆਬਾਦੀ ਦੱਸੀ ਜਾਂਦੀ ਹੈ, ਔਰ ਬਜ਼ੁਰਗ ਜੇ ਲੱਭਣਾ ਹੋਵੇ ਤਾਂ ਬਹੁਤ ਔਖਾ ਹੋ ਜਾਂਦਾ। ਸੋ ਇਹਨਾਂ ਬਜ਼ੁਰਗਾਂ ਨੇ ਉਸ ਥਾਂ ਉਹ ਸਾਰੀਆਂ ਗੱਲਾਂ ਇਹਨਾਂ ਨੇ ਵੇਖੀਆਂ ਨੇ, ਜੋ ਇਹਨਾਂ ਕੋਲ ਕਿਸੇ ਕਹਾਣੀਆਂ ਨੇ, ਉਹ ਸਾਨੂੰ ਨਾ ਕੋਈ ਕਿਤਾਬ, ਨਾ ਕੋਈ ਟੈਲੀਵਿਜ਼ਨ ਸ਼ੋਅ, ਨਾ ਕੋਈ ਸਾਨੂੰ ਕੋਈ ਸਬਜੈਕਟ ਐਸਾ ਕੋਈ ਰੱਖਿਆ ਗਿਆ ਜੋ ਸਾਨੂੰ ਦੱਸ ਸਕੇ ਸਾਰੀਆਂ ਗੱਲਾਂ। ਸੋ ਇਹਨਾਂ ਕੋਲ ਆਉਣ ਦਾ ਮਕਸਦ ਸਿਰਫ ਇਹੀ ਹੈ ਕਿ ਜਿਹੜੇ ਆਖਰੀ ਸਾਡੇ ਕੋਲ ਲੋਕ ਰਹਿ ਚੁੱਕੇ ਨੇ, ਕਿਸੇ ਤਰੀਕੇ ਨਾਲ ਇਹਨਾਂ ਦਾ ਪਿੰਡ ਵਿਖਾਈਏ, ਔਰ ਇਸ ਤਰ੍ਹਾਂ ਦੇ ਪੁੱਲ ਬਣ ਜਾਣ, ਇਸ ਤਰ੍ਹਾਂ ਦੇ ਉਹ ਰਿਸ਼ਤੇ ਬਣ ਜਾਣ ਜੋ ਹਜ਼ਾਰਾ ਸਿੰਘ ਔਰ ਇਹਨਾਂ ਦਾ ਰਿਸ਼ਤਾ ਟੁੱਟਾ ਸੀ, ਉਹ ਰਿਸ਼ਤੇ ਆਪਾਂ ਫਿਰ ਬਹਾਲ ਕਰ ਸਕੀਏ। ਹੁਣ ਸਾਨੂੰ ਸੁਣਨ 'ਚ ਨਹੀਂ ਮਿਲਦਾ ਕਿਧਰੇ ਵੀ ਕਿ ਇਹ ਸਾਡਾ ਧਰਮ ਵੱਟ ਭਰਾ ਹੈ ਜੀ, ਇਹ ਸਾਡਾ ਪੱਗ ਵੱਟ ਭਰਾ ਹੈ, ਸਾਡਾ ਧਰਮ ਦਾ ਭਰਾ ਹੈ ਜੀ। ਸੋ ਉਹ ਗੱਲਾਂ ਫਿੱਕੀਆਂ ਪੈ ਗਈਆਂ ਨੇ, ਉਹ ਕਿਧਰੇ ਨਾ ਕਿਧਰੇ ਆਪਾਂ ਉਹਨਾਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਔਰ ਹੋਪਫੁਲੀ ਸਾਡੇ ਦੋਵੇਂ ਪਾਸੇ ਜਿਹੜੇ ਰੈਲੀਵੈਂਟ ਅਥਾਰਟੀਜ਼ ਨੇ ਉਸ ਗੱਲ ਨੂੰ ਸਮਝਣਗੇ। ਔਰ ਇਸ ਤਰ੍ਹਾਂ ਦੇ ਬਜ਼ੁਰਗਾਂ ਨੂੰ ਸਾਡੀ ਵੀ ਖੁਆਇਸ਼ ਹੈ ਕਿ ਜ਼ਰੂਰ ਆਪਣੇ ਪਿੰਡ ਜਾਣ। ਉਡੀਕ 'ਚ ਰਵਾਂਗੇ ਕਿ ਚੜ੍ਹਦੇ ਉਬਾਸੀਓ ਇਹਨਾਂ ਬਜ਼ੁਰਗਾਂ ਵਾਸਤੇ ਪਿਆਰ ਭਰਿਆ ਸੁਨੇਹਾ ਹੈ। ਮੈਂ ਅੱਜ ਦੇ ਇੰਟਰਵਿਊ ਵਾਸਤੇ ਅਲਾਦੀਤਾ ਨੱਥ ਸਾਹਿਬ, ਤੁਹਾਡਾ ਕੀ ਨਾਮ ਹੈ ਜੀ ਵੀਰ ਜੀ? ਸ਼ਹਿਜ਼ਾਦ ਗਿੱਲ ਸਾਹਿਬ, ਇਹਨਾਂ ਦਾ ਬਹੁਤ ਧੰਨਵਾਦ ਕਰਦਾ, ਸ਼ੁਕਰੀਆ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਹਨਾਂ ਬਜ਼ੁਰਗਾਂ ਤੱਕ ਪਹੁੰਚਾਇਆ ਔਰ ਇਹਨਾਂ ਦੀ ਗੱਲਬਾਤ ਅਸੀਂ ਰਿਕਾਰਡ ਕਰ ਸਕੇ। ਆਪ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।